देश दुनिया च वसते पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार जोगेश्वर प्रीत सिंह, डॉक्टर JP सिंह। दोस्तों, मेरी खुशनसीबी आ कि मैं अपनी इस हयाती दे विच पंजाब ते पंजाबियों नाल जुड़े उन्हां वड्डे चेहरिਆਂ नाल रूबरू हो रहा वाबस्ता है, जिन्हां ने बुलंद हस्तियां अपनियां भी सिरजियां और अपने खेतर दे विच ਉਹ मल्लां मारियां जिन्हां नूं सल्यूट करन नूं दिल करदा, जिन्हां नूं झुक के सलाम करन नूं दिल करदा है। सरदार जोगेश्वर सिंह जदों अजे मैं पैदा नहीं सी होया, 1973 ਦੇ ਵਿੱਚ 800 मील लंबी पाइपलाइन तेल वाली बनाउंदे आ कि जे धरती भी फट जे भुचाल आउण ते लेकिन उहनूं आंच तक ना आवे, इवें डिज़ाइन करदे आ। दोस्तों, तुसीं अमेरिका दे विच ਜਿਹੜੀਆਂ गगनचुंबी इमारतां ने, आसमान छूंहदियां इमारतां 70-70 60-60 मंजिला इमारतां देखते हो तो वह ऐ खलोतियां रहिंदियां अहिल अडोल, जो मर्जी हो जाए, जर्जरे आ जाण, भुचाल आ जाण, उन्हां दियां जड़ां दे विच भी सरदार जोगेश्वर सिंह वर्गे इंसान काम करते हैं। सो मैनूं बड़ी खुशी ते हैरानी हुई कि साडा ये वड्डा बंदा सरदार जोगेश्वर सिंह 64-65 तो अमेरिका दे विच और 60वें 70वें 80वें दहाके च उत्थों दे पहले 10 इंजीनियरां च शुमार होंदे आ। अर्थक्वेक इंजीनियरिंग दे विच इन्हां दी स्पैशलाइजेशन है। मेरे नाल ने सरदार साहब जी आया आखदा है ते नाल ही सवाल भी करदा है कि वो जिहड़ी 800 मील लंबी तुसीं पाइपलाइन तेल वाली बनाई, वो डिज़ाइन और दूजे तुहाडे हुंदियां हुंदियां तुहाडे जीवन दे विच ओडा वड्डा भुचाल भी आ गया जिद्दां तुसीं कियास के बनाई सी जां अमेरिकन सिस्टम ने बनाई सी, सुनिया उहनूं आंच तक ना आई, एक बूंद तेल ना रसिया। दसोगे जरा किवें होया जी सारा? पहला रंधावा साहब, मैं तुहाडा बहुत बहुत जी। धन्नवादी हां कि तुसीं ये मैनूं मौका बख्शिया कि मैं अपने सारे पंजाब वालियां दा दे रूबरू होवां, ना ही इकल्ले सिर्फ इंडिया दे विच पर सारे ग्लोबली पंजाबी डायस्पोरा जिहड़ा इस वेले बस रहा उन्हां तक अपनी आवाज़ पहुँचाउण तक। ਇਹ ਮੇਰੀ ਬਹੁਤ ਵੱਡੀ ਖੁਸ਼ਕਿਸਮਤੀ ਸੀਗੀ ਕਿ ਮੈਨੂੰ ਇਸ ਪਾਈਪਲਾਈਨ 'ਤੇ ਕੰਮ ਕਰਨ ਦਾ ਜੀ। ਮੌਕਾ ਮਿਲਿਆ। ਇਹ ਉਸ ਟਾਈਮ ਦਾ ਅਮਰੀਕਾ ਦਾ ਸਾਰਿਆਂ ਤੋਂ ਵੱਡਾ ਪ੍ਰੋਜੈਕਟ ਸੀਗਾ, $10 ਬਿਲੀਅਨ ਦਾ, ਅਤੇ ਇੰਨੀਆਂ ਟਫ ਕੰਡੀਸ਼ਨਸ ਸੀਗੀਆਂ ਇਸ ਪ੍ਰੋਜੈਕਟ ਦੀਆਂ ਆਰਕਟਿਕ ਦੇ ਵਿੱਚ, ਪਰਮਾ ਫਰੋਸਟ, ਫਰੋਜ਼ਨ ਸੋਇਲਸ, ਅਤੇ ਜਿੱਥੇ ਅਲਾਸਕਾ ਦੇ ਵਿੱਚ 6 ਮਹੀਨੇ ਰਾਤ ਰਹਿਣੀ, 6 ਮਹੀਨੇ ਦਿਨ ਰਹਿਣਾ, ਅਤੇ ਇੰਨਾ ਟਾਈਮ ਸ਼ਾਰਟ ਸੀਗਾ ਸਾਡੇ ਕੋਲੇ ਕਿ ਇਸ ਪਾਈਪਲਾਈਨ ਦਾ ਡਿਜ਼ਾਈਨ ਕਰਕੇ ਅਤੇ ਕੰਸਟਰਕਟ ਕਰਕੇ ਅਤੇ ਇਹਨੂੰ ਚੱਲਦੀ ਕਰਨਾ। ਅਤੇ ਉਹਦੇ ਵਿੱਚ ਮੈਨੂੰ ਵੀ ਮੌਕਾ ਮਿਲਿਆ ਇਸ ਦੇ ਡਿਜ਼ਾਈਨ ਦੇ ਵਿੱਚ, ਜਿਹੜਾ ਕਿ ਸੀਗਾ ਕਿ ਭੁਚਾਲ ਆਊਗਾ, ਕਿਸ ਤਰੀਕੇ ਦੀ ਗਰਾਊਂਡ ਸ਼ੇਕਿੰਗ ਹੋਊਗੀ, ਕਿਵੇਂ ਧਰਤੀ ਹਿੱਲੂਗੀ, ਕਿਵੇਂ ਪਾਈਪਲਾਈਨ ਨੂੰ ਡਿਜ਼ਾਈਨ ਕਰਨਾ। ਜਦੋਂ ਧਰਤੀ ਹਿੱਲਦੀ ਹੈ ਸਾਡੀ, ਉਦੋਂ ਜਿਹੜੀਆਂ ਸਾਡੀਆਂ ਸੈਂਡਸ ਹੁੰਦੀਆਂ ਨੇ, ਰੇਤਾ ਹੁੰਦਾ ਹੈ, ਜਦ ਇਹਨਾਂ 'ਚ ਪਾਣੀ ਹੁੰਦਾ ਤਾਂ ਇਹ ਤਕਰੀਬਨ ਲਿਕੁਇਡ ਬਣ ਜਾਂਦੀਆਂ ਨੇ। ਜਿਵੇਂ ਆਪਾਂ ਬੀਚ ਦੇ ਉੱਪਰ ਤੁਰੀਏ ਤਾਂ ਉਸ ਵੇਲੇ ਜਾ ਕੇ ਅਤੇ ਮਿੱਟੀ ਦੇ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ, ਉਸ ਤਰੀਕੇ ਨਾਲ ਲਿਕੁਇਡ ਬਣ ਜਾਂਦੀਆਂ ਅਤੇ ਉਹ ਲਿਕੁਇਡ ਫਲੋ ਹੋਣਾ ਸ਼ੁਰੂ ਹੋ ਜਾਂਦਾ। ਅਤੇ ਉਹਦਾ ਵੀ ਧਿਆਨ ਰੱਖਣਾ ਪੈਂਦਾ ਕਿ ਤਾਂ ਕਿ ਜਿਹੜੀ ਮਿੱਟੀ 'ਚ ਪਾਈਪਲਾਈਨ ਹੋਈ ਹੈ ਉਹ ਕਿਤੇ ਲਿਕੁਫਾਈ ਹੋ ਕੇ ਫਲੋ ਨਾ ਕਰ ਜੇ। ਦੂਜਾ ਹੁੰਦਾ ਵੀ ਜਦ ਪਾਈਪਲਾਈਨ ਨੇ ਕਈ ਫਾਲਟ ਵੀ ਕ੍ਰੋਸ ਕਰਨੇ ਨੇ, ਅਤੇ ਫਾਲਟਾਂ ਦੇ ਵਿੱਚ ਜਦ ਤੁਸੀਂ ਲੰਘਦੇ ਹੋ ਤਾਂ ਕਈਆਂ ਦੇ ਉੱਪਰ ਕਿੰਨੀ ਫੁੱਟ ਡਿਸਪਲੇਸਡ ਹੁੰਦੀ ਹੈ। ਅਤੇ ਸਾਡਾ ਸਾਰਿਆਂ ਤੋਂ ਵੱਡਾ ਚੈਲੰਜ ਸੀਗਾ ਇਸ ਪਾਈਪਲਾਈਨ ਦੇ ਉੱਪਰ ਕਿ ਡਨਾਲੀ ਫਾਲਟ ਹੈ ਇੱਕ, ਜਿਹਦੇ ਉੱਪਰ 30 ਫੁੱਟ ਦੀ ਡਿਸਪਲੇਸਮੈਂਟ ਪ੍ਰੋਡਿਕਟ ਹੋਈ ਸੀਗੀ 7.9 ਮੈਗਨੀਟਿਊਡ ਅਰਥਕੁਏਕ ਦੇ ਵਿੱਚ। ਸੋ ਇਹ ਪਾਈਪਲਾਈਨ ਡਿਜ਼ਾਈਨ ਕੀਤੀ ਸੀਗੀ ਉਹਨੂੰ ਕ੍ਰੋਸ ਕਰਨ ਦੇ ਵਾਸਤੇ, ਜਿਵੇਂ ਇੱਕ ਸੱਪ ਕ੍ਰੋਸ ਕਰਦਾ ਹੁੰਦਾ ਉਸ ਤਰੀਕੇ ਨਾਲ ਡਿਜ਼ਾਈਨ ਕੀਤੀ ਸੀ ਸਲਾਈਡਰ ਦੇ ਉੱਪਰ। ਅਤੇ ਉਹ ਵੀ ਤਾਂ ਕਿ ਜਦੋਂ ਅਰਥਕੁਏਕ ਆਵੇ ਅਤੇ ਜੇ 30 ਫੁੱਟ ਗਰਾਊਂਡ ਇਹਦੇ ਥੱਲੇ ਕ੍ਰੋਸ ਕਰਦਾ ਮੂਵ ਵੀ ਕਰ ਜੇ ਤਾਂ ਉਹ ਪਾਈਪਲਾਈਨ ਉੱਦਾਂ ਹੀ ਚੱਲਦੀ ਰਹੂਗੀ। ਸੋ ਸਾਡੀ ਇੱਕ ਹੋਰ ਖੁਸ਼ਕਿਸਮਤੀ ਹੋਈ ਕਿ 2001 ਦੇ ਵਿੱਚ ਮੈਗਨੀਟਿਊਡ 7.9 ਅਰਥਕੁਏਕ ਅਲਾਸਕਾ ਦੇ ਵਿੱਚ ਆ ਗਿਆ।
ਤੇ ਅਸੀਂ ਜਿਹੜੀ ਪਾਈਪਲਾਈਨ ਡਿਜ਼ਾਈਨ ਕੀਤੀ ਸੀਗੀ 7.9 ਵਾਸਤੇ ਡਿਜ਼ਾਈਨ ਕੀਤੀ ਸੀਗੀ। ਸੋ ਸਾਡੀ ਆਪਣੀ ਜ਼ਿੰਦਗੀ 'ਚ ਆਪਣਾ ਡਿਜ਼ਾਈਨ ਚੈੱਕ ਕਰਨ ਦਾ ਮੌਕਾ ਮਿਲ ਗਿਆ ਤੇ ਉਹ 7.9 ਅਰਥਕੁਏਕ ਦੇ ਵਿੱਚ ਉਹ ਪਾਈਪਲਾਈਨ ਮੂਵ ਕਰਨ ਤੋਂ ਗਰਾਊਂਡ ਮੂਵ ਕਰਨ ਤੋਂ ਬਾਅਦ ਉਹ ਪਾਈਪਲਾਈਨ ਉੱਦਾਂ ਦੀ ਉੱਦਾਂ ਹੀ ਚੱਲਦੀ ਰਹੀ। ਇੱਕ ਡ੍ਰੌਪ ਵੀ ਤੇਲ ਦਾ ਸਪਿਲ ਨਹੀਂ ਹੋਇਆ ਤੇ ਇਹ ਪਾਈਪਲਾਈਨ 1 ਮਿਲੀਅਨ ਬੈਰਲ ਪੰਪ ਕਰਦੀ ਹੈ ਦਿਹਾੜੀ ਦਾ ਤੇ ਉੱਦਾਂ ਦੀ ਉੱਦਾਂ 1 ਮਿਲੀਅਨ ਦਾ ਮਿਲੀਅਨ ਬੈਰਲ ਪੰਪ ਕਰਦੀ ਹੈ। ਸਰਦਾਰ ਸਾਹਿਬ, ਇਹ ਵੱਡੀਆਂ ਪ੍ਰਾਪਤੀਆਂ ਨੇ, ਲੇਕਿਨ ਜਦੋਂ ਸ਼ੁਰੂਆਤ ਹੁੰਦੀ ਹੈ ਬੰਦੇ ਦੀ ਤੇ ਉਦੋਂ ਬੜਾ ਡਾਵਾਂਡੋਲ ਹੁੰਦਾ। ਤੁਸੀਂ ਥਾਪਰ ਤੋਂ ਪੜ੍ਹਦੇ ਹੋ, ਡਿਗਰੀ ਕਰਦੇ ਹੋ, ਅਮਰੀਕਾ ਚਲੇ ਜਾਂਦੇ ਹੋ। ਹੁਣ ਤਾਂ ਇਹ ਪ੍ਰਾਪਤੀਆਂ ਜਾਂ ਇਹ ਲੋਕ ਤੁਹਾਨੂੰ ਆਪਣਾ ਮੰਨਦੇ ਆ, ਲੇਕਿਨ ਉਹ ਸ਼ੁਰੂਆਤੀ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤੇ ਤੁਹਾਨੂੰ ਤੁਹਾਡਾ ਪਹਿਲਾ ਬੌਸ ਹੀ ਕਹਿੰਦਾ ਕਿ ਅਮਰੀਕਨ ਕਦੋਂ ਬਣਨਾ ਹੈ, ਉਹ ਫੀਲਿੰਗ ਜ਼ਰਾ ਦੱਸਿਓ। ਫਿਰ ਅਸੀਂ ਆਪਣੇ ਦੋਸਤਾਂ ਨਾਲ ਤੁਹਾਡੀ ਸਾਂਝ ਪਵਾਵਾਂਗੇ ਕਿ ਕਿੰਨੀਆਂ 70 ਮੰਜ਼ਿਲਾ ਬਿਲਡਿੰਗਸ ਦੇ ਥੱਲੇ ਤੁਸੀਂ ਖਲੋਤੇ ਨਜ਼ਰ ਆਉਂਦੇ ਹੋ, ਕਿੱਡੇ ਉੱਚੇ ਕੱਦ ਨੇ ਤੁਹਾਡੇ। ਔਰ ਕਈ ਵਾਰੀ ਮੈਨੂੰ ਲੱਗਦਾ ਹੈ ਕਿ ਅਸੀਂ ਤੁਹਾਡੇ ਵਰਗੇ ਜਿਹੜਾ ਡਾਇਸਪੋਰਾ, ਜਿਹੜੇ ਸਾਡੇ ਲੋਕ ਜਿਨ੍ਹਾਂ ਨੇ ਸਾਡੀ ਪਛਾਣ ਮੋਕਲੀ ਕੀਤੀ ਆ, ਉਹਨਾਂ ਦੇ ਸਾਹਮਣੇ ਬੌਣੇ ਤੇ ਹੀਣੇ ਤੇ ਊਣੇ ਰਹਿ ਜਾਂਦੇ ਆ। ਅਸੀਂ ਤੁਹਾਨੂੰ ਬਣਦਾ ਮਾਨ ਸਨਮਾਨ ਨਹੀਂ ਦੇ ਪਾਉਂਦੇ। ਤੁਸੀਂ ਤੀਜੀ ਪੀੜ੍ਹੀ ਤੱਕ ਜਾ ਕੇ ਵੀ ਇਸੇ ਸਰੂਪ 'ਚੋਂ, ਜਿਸ ਸਰੂਪ 'ਚ ਮੈਂ ਤੁਹਾਨੂੰ ਦੇਖ ਰਿਹਾ, ਔਰ ਮੈਨੂੰ ਬੜੀ ਖੁਸ਼ੀ ਤੇ ਹੈਰਾਨੀ ਹੁੰਦੀ ਹੈ ਕਿ ਅਮਰੀਕਾ ਵਰਗੇ ਦੇਸ਼ ਦੇ ਵਿੱਚ ਤੁਹਾਡੇ ਕੋਲ ਅਥਾਹ ਸਰਮਾਇਆ, ਤੁਹਾਡੇ ਕੋਲ ਜੀਣ ਦੇ ਸਾਰੇ ਸਾਧਨ ਮੌਜੂਦ ਆ, ਔਰ ਤੁਹਾਡੇ ਬੱਚੇ ਫਿਰ ਵੀ ਪੰਜਾਬ, ਸਿੱਖੀ ਤੇ ਆਪਣੇ ਜਿਹੜੀ ਪਛਾਣ ਨਾਲ ਜੁੜੇ ਹੋਏ ਆ। ਇਹਦੇ ਵਿੱਚ ਤੁਹਾਡੀ ਬੜੀ ਵੱਡੀ ਕੰਟਰੀਬਿਊਸ਼ਨ ਆ। ਸੋ ਮੈਂ ਉਹ ਇਨਸੀਡੈਂਟ, ਉਹ ਘਟਨਾ ਤੋਂ ਤੋਰਨਾ ਚਾਹੂੰਗਾ ਗੱਲ ਜੀ। ਮੈਂ ਉਸ ਬੌਸ ਤੇ ਜਾਣ ਤੋਂ ਪਹਿਲਾਂ ਕੁਝ ਥੋੜੀ ਜਿਹੀ ਪਹਿਲਾਂ ਸ਼ੁਰੂਆਤ ਕਰਨੀ ਚਾਹੁੰਦਾ ਤੁਹਾਡੇ ਕੋਲੇ। ਉਹ ਹੈ ਕਿ ਮੈਂ ਆਪਣੇ ਘਰ ਤੋਂ ਪਹਿਲਾਂ ਦੂਰ ਕਦੇ ਨਹੀਂ ਸੀ ਰਿਹਾ। ਅੱਛਾ। ਮੈਂ ਜਿੰਨੀ ਆਪਣੀ ਐਜੂਕੇਸ਼ਨ ਕੀਤੀ ਪਟਿਆਲੇ ਦੇ ਵਿੱਚ ਕੀਤੀ ਸੀਗੀ ਤੇ ਮੈਂ ਕਿਤੇ ਬੋਰਡਿੰਗ ਸਕੂਲ 'ਚ ਵੀ ਨਹੀਂ ਪੜ੍ਹਿਆ। ਸੋ ਇਹ ਮੇਰਾ ਪਹਿਲਾ ਜ਼ਿੰਦਗੀ ਦਾ ਸਫ਼ਰ ਹੋਣਾ ਸੀਗਾ ਕਿ ਮੈਂ ਪਟਿਆਲੇ ਤੋਂ ਦੂਰ ਜਾਣਾ ਜੀ। ਤੇ ਉਸ ਤੋਰਨ ਜੋ ਮੇਰੀ ਮਾਂ ਦੇ ਨਾਲ ਮੇਰੀ ਕਨਵਰਸੇਸ਼ਨ ਹੋਈ ਹੈ, ਜਿਹਦੇ ਮਾਂ ਨੇ ਮੈਨੂੰ ਆਪਣੇ ਸੈਂਟੀਮੈਂਟਸ ਦਿੱਤੇ, ਉਹ ਇਹ ਸੀਗੇ ਕਿ 2 ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਸਿੱਖੀ ਸਰੂਪ ਉੱਥੇ ਰਹਿਣਾ ਤੇ ਦੂਜਾ ਆਪਣੇ ਧਰਮ ਦੀ ਤੇ ਵਿਆਹ ਕਰਾਉਣਾ। ਇਹ 2 ਚੀਜ਼ਾਂ ਮੈਂ ਲੱਭਣ ਲਈ ਸੀਗੀ ਜਦ ਮੈਂ ਆਪਣਾ ਸਫ਼ਰ ਦੀ ਆਰੰਭਤਾ ਕੀਤੀ ਹੈ। ਤੇ ਜਦੋਂ ਮੈਂ ਇੱਥੇ ਪਹੁੰਚ ਗਿਆ ਤੇ ਪਹੁੰਚਣ ਤੋਂ ਬਾਅਦ ਪਹਿਲਾ ਜੌਬ ਲੱਭਣ ਦਾ ਕਿ ਸਮਰ ਜੌਬ ਮਿਲ ਜੇ, ਕੋਈ ਸਮਰ ਜੌਬ ਕਰਨਾ। ਤੇ ਉਹ ਸਮਰ ਜੌਬ ਦੇ ਵੇਲੇ ਮੈਂ ਆਪਣੇ ਜਿਹੜੇ ਇੱਥੇ ਹੋਰ ਬੰਦੇ ਸੀਗੇ ਕੁਛ ਵੱਸਦੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਇੱਕ ਮੈਨੂੰ ਕਲੀਨ ਸ਼ੇਵਨ ਆਪਣਾ ਸਿੱਖ ਉਹ ਟੱਕਰ ਗਿਆ। ਉਹ ਕਹਿੰਦਾ ਵੀ ਜੇਪੀ ਸਿੰਘ, ਇਹ ਤੈਨੂੰ ਇੱਥੇ ਜੌਬ ਨਹੀਂ ਪੱਗੇ, ਜੇ ਤੇ ਜੌਬ ਕਰਨੀ ਹੈ ਸਮਰ ਦੇ ਵਿੱਚ ਤੇ ਤੈਨੂੰ ਖੇਤਾਂ ਦੇ ਵਿੱਚ ਕੰਮ ਕਰਨਾ ਪੈਣਾ ਜਾ ਕੇ। ਮੈਂ ਕਿਹਾ ਗੱਲ ਸੁਣ ਵੀ ਮੈਂ ਜੌਬ ਕਰਨੀ ਆ ਪੱਗਦਾੜੀ ਦੇ ਨਾਲ ਕਰਨੀ ਹੈ ਤੇ ਕਰਨੀ ਵੀ ਇੱਥੇ ਆ। ਤੇ ਉਹ ਮੈਂ ਚੈਲੰਜ ਐਕਸੈਪਟ ਕਰਕੇ ਤੇ ਉਹਦੇ ਸਮਰ ਦੇ ਵਿੱਚ ਮੇਰੇ ਕੋਲ 2 ਫੁੱਲ, ਇੱਕ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੇ ਜਿੱਥੇ ਮੈਂ ਪੜ੍ਹ ਰਿਹਾ ਸੀਗਾ, ਤੇ ਇੱਕ ਮੇਰੇ ਕੋਲ ਫੁੱਲ ਟਾਈਮ ਜੌਬ ਮੇਰੀ ਫੀਲਡ ਦੇ ਵਿੱਚ, ਉਹਦੇ ਵਿੱਚ ਸੈਂਸਿਸਕੋ ਦੇ ਵਿੱਚ ਮਿਲੀ ਮੈਨੂੰ ਆਪਣੇ ਫੀਲਡ ਦੇ ਵਿੱਚ। ਸੋ ਮੇਰੇ ਕੋਲ 2 ਫੁੱਲ ਟਾਈਮ ਜੌਬਾਂ ਸੀ। ਸੋ ਪਹਿਲਾ ਗੱਲ ਮੈਂ ਆਪਣੇ ਬੰਦੇ ਨੇ ਰੋਂਗ ਪ੍ਰੂਵ ਕਰਤਾ ਵੀ ਜੇ ਤੁਹਾਡੀ ਕਮਿਟਮੈਂਟ ਹੈਗੀ ਹੈ ਤੇ ਤੁਹਾਨੂੰ ਕੋਈ ਇੱਥੇ ਰੋਕਣ ਵਾਲਾ ਨਹੀਂ ਹੈਗਾ ਵੀ ਤੁਹਾਨੂੰ ਪੱਗਦਾੜੀ ਦੇ ਨਾਲ ਜੌਬ ਨਾ ਮਿਲੇ। ਇਹ ਮੈਂ 1965 ਦੀ ਗੱਲ ਕਰਦਾ ਕਿ ਜਦੋਂ ਅਸੀਂ ਕਾਰਪੋਰੇਟ ਅਮਰੀਕਾ ਦੇ ਵਿੱਚ ਪੱਗ ਦੀ ਪਹਿਚਾਣ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਉਸ ਤੋਂ ਬਾਅਦ ਫਿਰ ਮੈਂ ਜਦੋਂ 1966 ਦੇ ਵਿੱਚ ਜਦੋਂ ਮੈਂ ਆਪਣੀ ਡਿਗਰੀ ਖ਼ਤਮ ਕਰਨ ਦੇ ਨੇੜੇ ਆਇਆ ਤਾਂ ਮੈਂ ਪਰਮਾਨੈਂਟ ਜੌਬ ਲੱਭਣੀ ਸ਼ੁਰੂ ਕੀਤੀ। ਤਾਂ ਉਸ ਵੇਲੇ ਮੈਂ ਇੰਟਰਵਿਊਜ਼ ਕੀਤੀਆਂ ਤੇ ਇੱਕ ਕੰਪਨੀ ਕੋਲ ਜਿਹਦੇ ਕੋਲ ਮੈਂ ਅਲਟੀਮੇਟਲੀ ਕੰਮ ਕਰਨ ਲੱਗ ਗਿਆ ਸੀਗਾ, ਉੱਥੇ ਮੈਨੂੰ ਬੰਦੇ ਨੇ ਕਿਹਾ
ਵੀ ਜੌਬ ਤਾਂ ਤੈਨੂੰ ਦੇ ਦਾਂਗੇ, ਪਰ ਪਤਾ ਨਹੀਂ ਤੂੰ ਫੀਲਡ ਦੇ ਵਿੱਚ ਤੇਰੇ ਨਾਲ ਬੰਦੇ ਕਿਵੇਂ ਤੈਨੂੰ ਰਿਐਕਟ ਕਰਨਗੇ ਤੇਰੇ ਸਿੱਖੀ ਸਰੂਪ ਦੇ ਨਾਲ, ਤੇ ਕਿਉਂਕਿ ਯੂ ਲੁੱਕ ਡਿਫਰੈਂਟ। ਤੇ ਮੇਰਾ ਉਹਨਾਂ ਨੂੰ ਇੱਕੇ ਜਵਾਬ ਸੀਗਾ ਵੀ ਜਦ ਤੱਕ ਤੁਸੀਂ ਮੈਨੂੰ ਮੌਕਾ ਨਹੀਂ ਦਿੰਦੇ ਤੇ ਉਦੋਂ ਤੱਕ ਉਹ ਪਤਾ ਨਹੀਂ ਲੱਗ ਸਕਦਾ ਤੁਹਾਨੂੰ ਵੀ ਮੈਨੂੰ ਉਹ ਕਿਵੇਂ ਰਿਐਕਟ ਕਰਨਗੇ। ਤੇ ਦੂਜੀ ਗੱਲ ਇਹ, ਤੇ ਯੂ ਆਰ ਹਾਇਰਿੰਗ ਮੀ ਫॉर what is in my head but not is what is not on my head, ਕਿ ਤੁਸੀਂ ਮੇਰੇ ਪੱਗ ਨਾਲ ਹੀ ਮੈਨੂੰ ਹਾਇਰ ਕਰ ਰਹੇ, ਤੁਸੀਂ ਤਾਂ ਮੈਨੂੰ ਹਾਇਰ ਕਰ ਰਹੇ ਮੇਰੇ ਸਿਰ 'ਚ ਕੀ ਹੈ। ਤੇ ਉਹਨੇ ਜੀ ਮੈਨੂੰ ਕਿਹਾ ਯੂ ਕਨਵਿੰਸਡ ਵੀ, ਉਹਨੇ ਮੈਨੂੰ ਨਾਲ ਦੀ ਨਾਲ ਜੌਬ ਦਿੱਤਾ। ਉਸ ਜੌਬ ਤੋਂ ਬਾਅਦ ਮੈਂ ਉਸ ਕੰਪਨੀ ਦੇ ਨਾਲ ਕੰਮ ਕਰਨਾ ਸ਼ੁਰੂ ਕਰਤਾ। ਤੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਤਾਂ ਮੈਨੂੰ ਬੰਦੇ ਫੀਲਡ ਦੇ ਵਿੱਚ ਇੰਨਾ ਲਾਈਕ ਕਰਨਾ ਸ਼ੁਰੂ ਕਰਤਾ ਕਿ ਉਹ ਕੰਪਨੀ ਨੂੰ ਰਿਕੁਐਸਟ ਕਰਿਆ ਕਰਨ ਕਿ ਤੁਸੀਂ ਇਸੇ ਬੰਦੇ ਨੂੰ ਸਾਡੇ ਕੰਮ 'ਤੇ ਭੇਜਿਆ ਕਰੋ ਤੇ ਸਾਨੂੰ ਦੂਜੇ ਬੰਦਿਆਂ ਦੀ ਲੋੜ ਨਹੀਂ ਹੈ। ਸੋ ਆਪਣੀ ਜਗ੍ਹਾ, ਆਪਣੀ ਪੱਗ ਦਾ ਸਥਾਨ ਮੈਂ ਆਪਣੇ ਆਪੇ ਬਣਾ ਲਿਆ। ਉਹ ਤੋਂ ਬਾਅਦ ਸਾਡੀ ਕੰਪਨੀ ਦੇ ਵਿੱਚ ਇੱਕ ਚੇਂਜ ਹੋਈ। ਉਹ ਚੇਂਜ ਦੇ ਵਿੱਚ ਇੱਕ ਨਵਾਂ ਬੰਦਾ ਸਾਡਾ ਕੰਪਨੀ ਦਾ ਹੈੱਡ ਨਿਊਯਾਰਕ ਤੋਂ ਆ ਗਿਆ, ਤੇ ਉਹ ਸੀਗਾ ਜਿਊ, ਉੱਥੋਂ ਆਇਆ। ਇੱਕ ਦਿਨ ਮੈਨੂੰ ਉਹਨੇ ਆਪਣੇ ਕਮਰੇ 'ਚ ਬੁਲਾ ਲਿਆ ਤੇ ਮੈਨੂੰ ਬੁਲਾ ਕੇ ਕਹਿਣ ਲੱਗਿਆ ਕਿ ਤੂੰ ਅਮਰੀਕਨ ਕਦੋਂ ਬਣਨਾ। ਤੇ ਮੈਂ ਉਹਨੂੰ ਕਿਹਾ, ਮੈਨੂੰ ਦੱਸਦਾ ਸੀ ਤੇਰਾ ਅਮਰੀਕਨ ਬਣਨ ਦਾ ਤੇਰਾ ਮਤਲਬ ਕੀ ਹੈ। ਕਹਿੰਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਮੈਂ ਤੇ ਉੱਥੇ ਜਿਊਜ਼ ਨਾਲ ਬਹੁਤ ਡਿਸਕ੍ਰਿਮੀਨੇਸ਼ਨ ਹੁੰਦੀ ਸੀਗੀ ਨਿਊਯਾਰਕ ਦੇ ਵਿੱਚ, ਤੇ ਮੈਂ ਆਪਣਾ ਜਿਹੜਾ ਲਾਸਟ ਨੇਮ ਸੀਗਾ ਉਹ ਚੇਂਜ ਕਰ ਲਿਆ। ਉਹ ਮੇਰਾ ਵਿੰਥਰੋਪ ਨਾਂ ਹੁੰਦਾ ਸੀਗਾ, ਮੈਂ ਵਿੰਟਰਸ ਕਰ ਲਿਆ। ਤੇ ਮੈਂ ਕਿਹਾ ਗੱਲ ਸੁਣ, ਤੂੰ ਨਾਂ ਤਾਂ ਆਪਣਾ ਲਿਆ ਬਦਲ, ਪਰ ਮੈਂ ਤਾਂ ਤੈਨੂੰ ਮੀਲ ਤੋਂ ਪਛਾਣ ਸਕਦਾ ਵੀ ਤੇਰੇ ਜਿਹੜੇ ਫੀਚਰਸ ਹੈਗੇ ਨੇ ਉਹ ਤਾਂ ਜਿਊਇਸ਼ ਹੈਗੇ ਨੇ। ਤੇ ਮੈਂ ਕਿਹਾ ਜੇ ਤੂੰ ਮੈਨੂੰ ਕਹੇ ਵੀ ਮੈਂ ਪੱਗ ਲਾਵਾਂ ਤੇ ਦਾੜੀ ਮੁੰਨ ਲਾਂ ਤੇ ਜੋ ਕੁਝ ਵੀ ਕਰ ਲਾਂ, ਉਹਦੇ ਨਾਲ ਮੈਂ ਇੰਡੀਅਨ ਲੱਗਣ ਲੱਗ ਜੂੰ ਜਾਂ ਮੈਕਸੀਕਨ ਲੱਗਣ ਲੱਗ ਜੂੰ। ਤੇ ਮੈਂ ਕਿਹਾ ਗੋਰਾ ਤਾਂ ਮੈਂ ਫੇਰ ਵੀ ਨਹੀਂ ਲੱਗਣਾ, ਪਰ ਜੇ ਮੈਂ ਦਾੜੀ ਤੇ ਪੱਗ ਸਿਰ 'ਤੇ ਰੱਖੀ ਵੀ ਹੈ ਤਾਂ ਮੇਰੀ ਆਈਡੈਂਟੀਟੀ ਹੈ, ਮੈਂ ਸਿੱਖ ਲੱਗਦਾ। ਤੇ ਮੈਂ ਕਿਹਾ ਮੇਰੀ ਆਈਡੈਂਟੀਟੀ ਨਾ ਇਹ ਮੈਕਸੀਕਨ ਲੈ ਸਕਦੇ ਨੇ, ਨਾ ਇਹ ਇੰਡੀਅਨ ਲੈ ਸਕਦੇ ਨੇ, ਕੋਈ ਆਈਡੈਂਟੀਟੀ ਨਹੀਂ ਲੈ ਸਕਦਾ। ਮੇਰੀ ਆਈਡੈਂਟੀਟੀ ਮੇਰੇ ਚਿੰਨ੍ਹਾਂ ਦੇ ਨਾਲ ਆ। ਤੇ ਫਿਰ ਮੈਂ ਉਹਨੂੰ ਜਦ ਕਿਹਾ, ਮੈਂ ਕਿਹਾ ਗੱਲ ਸੁਣ, ਜੇ ਤਾਂ ਤੈਨੂੰ ਮੇਰੇ ਕੰਮ ਦੇ ਨਾਲ ਪ੍ਰੋਬਲਮ ਹੈ ਤਾਂ ਤੂੰ ਮੈਨੂੰ ਫਾਇਰ ਕਰ ਦੇ। ਮੈਂ ਕਿਹਾ ਉਲਟ ਵੀ, ਜੇ ਤੈਨੂੰ ਮੇਰੇ ਕੋਈ ਸਰੂਪ ਦੇ ਨਾਲ ਪ੍ਰੋਬਲਮ ਹੈ ਦੈਨ ਆਈ ਵਿਲ ਸੀ ਯੂ ਇਨ ਦਾ ਕੋਰਟ। ਉਦੋਂ ਮੈਂ ਕੰਪਨੀ ਨਾਲ ਕੰਮ ਕਰਦੇ ਨੂੰ ਮੈਨੂੰ ਮੇਰੇ ਖਿਆਲ 'ਚ ਸਾਲ ਕੁ ਵੀ ਨਹੀਂ ਸੀ ਹੋਇਆ ਹੁਣ। ਤੇ ਇੰਨਾ ਹੀ ਉਹਦੇ ਵਾਸਤੇ ਇਨਫ ਸੀ। ਕਹਿੰਦਾ ਯੂ ਕਨਵਿੰਸਡ ਮੀ। ਤੇ ਉਹ ਤੋਂ ਬਾਅਦ ਸਾਡੇ 33 ਆਫਿਸ ਸੀਗੇ ਸਾਰੀ ਦੁਨੀਆ ਦੇ ਵਿੱਚ ਜੀ। ਉਹਨੇ 33 ਦੇ 33 ਆਫਿਸਾਂ ਨੂੰ ਇਨਫੋਰਮੇਸ਼ਨ ਭੇਜੀ ਕਿ ਕਦੇ ਵੀ ਸਰਦਾਰ ਨੂੰ ਤੁਸੀਂ ਮੁੜ ਕੇ ਇਹੋ ਜਿਹਾ ਕੁਐਸਚਨ ਨਾ ਕਰ ਦਿਓ ਕਿ ਉਹਦੀ ਸਿੱਖ ਆਇਡੈਂਟੀਟੀ ਨੂੰ। ਵਾਹ। ਤੇ ਇਹ ਸਾਰੇ ਦੇ ਸਾਰੇ ਜਿੱਥੇ ਵੀ ਤੁਸੀਂ ਸਿੱਖ ਹਾਇਰ ਕਰਨਾ, ਉਹ ਸਿੱਖਾਂ ਨੂੰ ਸਿੱਖੀ ਦੇ ਸਰੂਪ 'ਚ ਉਦੋਂ ਹੀ ਹਾਇਰ ਕਰਨਾ। ਸੋ ਇਹ ਸੀਗੀ ਉਹ ਘਟਨਾ, ਤਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਬੈਕਗਰਾਊਂਡ ਤਾਂ ਦੱਸਣਾ ਚਾਹੁੰਦਾ ਸੀਗਾ ਕਿ ਸਾਡੇ ਆਪਣੇ ਬੰਦੇ ਵੀ ਦਿਲ ਦੇ ਕੱਚੇ ਨੇ ਕਿ ਜਿਨ੍ਹਾਂ ਨੇ ਆਪਣਾ ਪਹਿਲੇ ਸੋਚਿਆ ਹੁੰਦਾ ਵੀ ਅਸੀਂ ਵਾਲ ਕਟਾਈ ਦੇਣੇ ਕਿ ਫੇਸ ਨਹੀਂ ਕਰ ਸਕਦੇ, ਉਹ ਇੱਦਾਂ ਦੀ ਗੱਲਾਂ ਕਰਦੇ ਨੇ। ਇੱਕ ਮੇਰੇ ਨਾਲ ਵੀ ਬਰਕਲੇ 'ਚ ਵੀ ਇੱਕ ਲੜਕਾ ਪੜ੍ਹਿਆ ਸੀਗਾ, ਉਹ ਤਾਂ ਬਰਕਲੇ ਪੜ੍ਹਦੇ ਉਹਦੇ ਸਿੱਖੀ ਸਰੂਪ 'ਚ, ਤੇ ਪਿੱਛੋਂ ਜਾ ਕੇ ਉਹਨੇ ਵਾਲ ਕਟਾਤੇ। ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦਾ ਯਾਰ ਮੈਨੂੰ ਲੋਕੀ ਦੇਖਦੇ ਹੁੰਦੇ ਸੀਗੇ, ਕਹਿੰਦਾ ਮੈਂ ਉਹਨਾਂ ਦੀ ਲੁੱਕਸ ਬਰਦਾਸ਼ਤ ਨਹੀਂ ਕਰ ਸਕਿਆ। ਤੇ ਮੈਂ ਕਿਹਾ ਜੇ ਦੇਖਦੇ ਸੀ ਕੀ ਮਾੜੀ ਗੱਲ ਹੋ ਗਈ? ਤੇ ਮੈਂ ਕਿਹਾ ਜੇ ਇੱਥੋਂ ਗੋਰੀ ਕੋਈ ਪਿੰਡਾਂ 'ਚ ਚਲੀ ਜਾਂਦੀ ਹੈ, ਉਹਦੇ ਡਰੈਸ ਪਾਈ ਹੁੰਦੀ ਹੈ, ਲੱਤਾਂ ਨੰਗੀਆਂ ਹੁੰਦੀਆਂ, ਮੈਂ ਕਿਹਾ ਸਾਰੇ ਪਿੰਡ ਦੇ ਜਵਾਕ ਉਹਦੇ ਮਗਰ ਲੱਗ ਜਾਂਦੇ ਨੇ, ਇਹਦਾ ਮਤਲਬ ਉਹ ਪਿੰਡ ਛੱਡ ਕੇ ਭੱਜ ਜੂਗੀ। ਤੇ ਇਹ ਮੈਂ ਕਿਹਾ ਇਹ ਕਿਊਰੀਓਸਿਟੀ ਹੁੰਦੀ ਹੈ, ਥੋੜ੍ਹੀ ਦੇਰ ਹੁੰਦੀ ਹੈ, ਜਦ ਤੁਸੀਂ ਉੱਥੇ ਰਹਿੰਦੇ ਉਹ ਆਪਣੇ ਆਪ ਜਿਹੜੀ ਐਕਸੈਪਟੈਂਸ ਹੈ ਨਾ ਉਹ ਆਪੇ ਬਿਲਡ ਹੋ ਜਾਂਦੀ ਹੈ। ਸੋ ਇਹੀ ਕਹਾਣੀ ਹੈ ਕਿ ਐਕਸੈਪਟੈਂਸ ਤੁਸੀਂ ਆਪਣੀ ਜਗ੍ਹਾ ਤੁਸੀਂ ਆਪ ਬਣਾਉਣੀ ਹੁੰਦੀ ਹੈ।
ਜੇ ਤੁਸੀਂ ਪਹਿਲੇ ਮੈਦਾਨ ਛੱਡ ਕੇ ਭੱਜ ਜਾਓ ਤਾਂ ਐਕਸੈਪਟੈਂਸ ਤੁਹਾਡੀ ਬਣੂਗੀ ਕਿੱਥੋਂ? ਬਿਲਕੁਲ ਬਿਲਕੁਲ ਹੋਇਆ ਜੀ, ਬਿਲਕੁਲ ਠੀਕ ਹੈ। ਅੱਛਾ, ਦੂਜਾ ਜਿਹੜਾ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਉਹ ਸੰਵਾਦ ਚਾਹਣਾ ਹੈ, ਜਿਹੜੇ ਵੀ ਅਮਰੀਕਾ ਦੇ ਵਿੱਚ, US ਦੇ ਵਿੱਚ ਜਿੰਨੇ ਵੀ ਮੈਟਰੋਪੋਲੀਟਨ ਸਿਟੀਜ਼ ਨੇ, ਵੱਡੇ ਸ਼ਹਿਰਾਂ 'ਚ ਜਿਹੜੇ ਗੁਰੂ ਘਰ ਬਣਾਉਣ ਵਾਲੀ ਗੱਲ ਤੋਰੀ, ਜਿਹਦੇ ਵਿੱਚ ਤੁਸੀਂ ਵੱਡੇ ਚਿਹਰੇ ਸੀਗੇ ਸਿੱਖਾਂ ਦੇ, ਸੋਹਣੇ ਸਰਦਾਰ, ਪੁਰਾਣੇ ਚਿਹਰੇ। ਹਾਲਾਂਕਿ ਮੈਨੂੰ ਆਪ ਕਿਸ ਵੇਲੇ ਸ਼ਰਮ ਆ ਜਾਂਦੀ ਤੁਹਾਡੇ ਵਰਗੇ ਲੋਕਾਂ ਦੇ ਰੂਬਰੂ ਕਿ ਮੈਂ ਵੀ, ਮੇਰੇ 'ਚ ਵੀ ਸਰੂਪ ਦੇ ਪੱਖੋਂ ਬਹੁਤ ਖਾਮੀਆਂ ਨੇ। ਸੋ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਕਿ ਅਸੀਂ ਉਹ ਗੁਰੂ ਘਰਾਂ ਵਾਲੀ ਕਹਾਣੀ ਵੱਲ ਫੇਰ ਮੁੜਦੇ ਹਾਂ। ਪਹਿਲਾਂ ਸਾਡੇ ਦੋਸਤਾਂ ਨੂੰ ਇਹ ਜ਼ਰੂਰ ਦੱਸ ਦਿਓ, ਕਿਉਂਕਿ ਜਿਹੜੇ ਅਮਰੀਕਾ, ਕੈਨੇਡਾ ਜਾਂ ਉਹਨਾਂ ਦੇਸ਼ਾਂ ਦਾ ਗੇੜਾ ਮਾਰਦੇ ਰਹਿੰਦੇ, ਉਹਨਾਂ ਨੂੰ ਪਤਾ ਹੈ ਕਿ ਕਿੱਥੇ ਕਿੱਥੇ ਵੱਡੀਆਂ ਬਿਲਡਿੰਗਸ ਨੇ ਜਿਨ੍ਹਾਂ ਦੀਆਂ ਨੀਹਾਂ 'ਚ ਤੁਸੀਂ ਖਲੋਤੇ ਹੋ। ਉਹ ਜ਼ਰਾ ਮੈਨੂੰ ਆਪਣੇ ਕੰਮਕਾਜ ਗਿਣਾਓ, ਫਿਰ ਅਸੀਂ ਗੁਰੂ ਘਰਾਂ ਵਾਲਾ ਜਿਹੜਾ ਕਨਸੈਪਟ ਤੁਸੀਂ ਲੈ ਕੇ ਆਏ ਤੇ ਅੱਜ ਬੁਲੰਦ ਗੁਰੂ ਘਰ, ਉਹ ਪਰਚਮ ਸਾਡੇ ਖਾਲਸਾਈ ਉੱਥੇ ਲਹਿਰਾਉਂਦੇ ਨੇ, ਉਹਨਾਂ ਵੱਲ ਮੁੜਦੇ ਆ ਤੇ ਫਿਰ ਅਸੀਂ ਤੁਹਾਡੇ ਬਾਰੇ ਜਾਣਨ ਦਾ ਯਤਨ ਹੋਰ ਕਰਦੇ ਆ ਕਿ ਤੁਸੀਂ ਕਿਵੇਂ ਕਿਵੇਂ ਵਿਚਰਦੇ ਹੋ। ਸੋ ਸਭ ਤੋਂ ਪਹਿਲਾਂ ਤੁਹਾਡੇ ਕੰਮ ਨੂੰ ਰੈਕਗਨਾਈਜ਼ ਕਰਨਾ ਬਣਦਾ ਹੈ। ਦੇਖੋ ਜੀ, ਸਾਡੇ ਗੁਰੂ ਘਰਾਂ ਦੀ ਜਿਹੜੀਆਂ ਨੀਹਾਂ ਹੈਗੇ ਨੇ, ਉਹਨਾਂ ਦੀ ਨੀਹਾਂ ਦੇ ਉਹਨਾਂ ਤੇ ਸੀਗੇ ਰੱਖਣ ਵਾਲੇ, ਉਹ ਮੇਰੇ ਤੋਂ ਪਹਿਲਾਂ ਹੋ ਚੁੱਕੇ। ਸਿੱਖਾਂ ਦੀ ਕਮਿਊਨਿਟੀ ਇਮੀਗ੍ਰੇਟ ਸ਼ੁਰੂ ਹੋਈ ਕੋਈ 1800 ਦੇ 80 ਦੇ ਦਹਾਕੇ ਦੇ ਅੰਦਰ ਜੀ, ਤੇ 1900 ਦੇ ਵਿੱਚ ਸੰਤ ਤੇਜਾ ਸਿੰਘ ਇੱਥੇ ਆਏ, ਹਾਰਵਰਡ 'ਚ ਵੀ ਪੜ੍ਹੇ ਤੇ ਉਹਨਾਂ ਨੂੰ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਭੇਜਿਆ ਸੀਗਾ ਤੇ ਹਾਰਵਰਡ ਤੋਂ ਪੜ੍ਹੇ ਸੀਗੇ। ਤੇ ਉਹਨਾਂ ਉਹੀ ਜਿਹੀਆਂ ਸ਼ਖਸੀਅਤਾਂ ਨੇ ਆ ਕੇ ਆਪਣੇ ਕੀ ਕਹਿੰਦੇ ਨੇ ਕੈਨੇਡਾ ਦੇ ਵਿੱਚ ਤੇ ਸਟਾਕਟਨ ਦੇ ਗੁਰਦੁਆਰੇ ਦੇ ਵਿੱਚ ਬਹੁਤ, ਤੇ ਸਟਾਕਟਨ ਦਾ ਗੁਰਦੁਆਰਾ ਪਹਿਲਾਂ 1912 ਦੇ ਵਿੱਚ ਸਟੈਬਲਿਸ਼ ਹੋ ਗਿਆ, ਜੀ, ਜਿੱਥੋਂ ਕਿ ਸਾਰੀ ਗਦਰ ਦੀ ਮੂਵਮੈਂਟ ਸ਼ੁਰੂ ਹੋਈ ਹੈ। ਜੀ, ਸੋ ਪਹਿਲਾਂ ਜਿਹੜੇ ਗੁਰਦੁਆਰਿਆਂ ਦੀ ਐਸਟੈਬਲਿਸ਼ਮੈਂਟ ਕਰਨਾ, ਉਹ ਮੇਰੇ ਤੋਂ ਵੀ ਪਹਿਲਾਂ ਬਹੁਤ ਸਿੱਖ ਉੱਥੇ ਪਹੁੰਚ ਚੁੱਕੇ ਸੀਗੇ, ਜਿਨ੍ਹਾਂ ਨੇ ਇੱਥੇ ਆ ਕੇ ਇਹ ਜੜ੍ਹਾਂ ਤੇ ਬੂਟੇ ਲਾਏ, ਇੱਥੇ ਆ ਕੇ ਜਿੱਥੋਂ ਆਪਣੇ ਗਦਰ ਦੀ ਮੂਵਮੈਂਟ ਸ਼ੁਰੂ ਹੋਈ। ਤੇ ਆਪਣੇ ਭਗਤ ਸਿੰਘ ਥਿੰਦ ਵਰਗੇ ਹੋਏ, ਜਿਨ੍ਹਾਂ ਨੇ ਆ ਕੇ ਸਾਨੂੰ ਇੱਥੇ ਬਰਕਲੇ ਤੋਂ ਪੜ੍ਹੇ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਤੋਂ 1912 ਦੇ ਵਿੱਚ, ਜਿਨ੍ਹਾਂ ਨੇ ਸਾਨੂੰ ਆਪਣੇ ਸਿਟੀਜ਼ਨਸ਼ਿਪ ਰਾਈਟਸ ਲੈ ਕੇ ਦਿੱਤੇ। ਆਰਮੀ ਦੇ ਵਿੱਚ ਗਏ, ਇੱਥੋਂ ਆਪਣਾ ਜ਼ਮੀਨਾਂ ਖਰੀਦਣ ਦੇ ਰਾਈਟਸ ਲੈ ਕੇ ਦਿੱਤੇ। ਇੱਥੋਂ ਹੀ ਬਰਕਲੇ ਤੋਂ ਪੜ੍ਹ ਕੇ ਕਰਤਾਰ ਸਿੰਘ ਸਰਾਭਾ ਗਏ ਤੇ ਪ੍ਰਤਾਪ ਸਿੰਘ ਕੈਰੋਂ ਵਰਗੇ ਆ ਕੇ ਬੰਦੇ ਇੱਥੇ ਮਿਸ਼ੀਗਨ ਤੋਂ ਪੜ੍ਹ ਕੇ ਗਏ। ਦਲੀਪ ਸਿੰਘ ਸੌਂਦ ਵਰਗੇ ਬੰਦੇ ਆ ਕੇ ਬਰਕਲੇ 'ਚੋਂ ਪੜ੍ਹ ਕੇ ਗਏ, ਜਿਹੜੇ ਆ ਕੇ ਫਸਟ ਏਸ਼ੀਅਨ, ਇੰਡੀਅਨ, ਪੰਜਾਬੀ ਤੇ ਸਿੱਖ ਕਾਂਗਰਸਮੈਨ ਨਹੀਂ, ਫਸਟ ਏਸ਼ੀਅਨ, ਇੰਡੀਅਨ, ਪੰਜਾਬੀ, ਜੀ, ਕੁਛ। ਸੋ ਅਸੀਂ, ਸਾਡੇ 'ਚ ਬਹੁਤ ਮਾਣ ਵਾਲੀਆਂ ਸ਼ਖਸੀਅਤਾਂ ਸਾਡੇ 'ਚ ਹੋਈਆਂ ਨੇ, ਜਿਹੜੀਆਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ ਪੜ੍ਹ ਕੇ ਗਈਆਂ ਨੇ। ਤੇ ਮੈਂ ਆਇਆ ਸੀਗਾ 1965 ਦੇ ਵਿੱਚ, ਤੇ ਉਸ ਵੇਲੇ ਅਸੀਂ ਸਾਰੇ ਹੀ ਗੁਰਦੁਆਰਾ ਸਾਹਿਬ ਜੇ ਜਾਣਾ ਹੁੰਦਾ ਸੀਗਾ ਕਿ ਸਾਨੂੰ ਸਟਾਕਟਨ ਦੇ ਨੇੜੇ ਪੈਂਦਾ ਸੀ, ਜਿਹੜਾ ਬਰਕਲੇ ਦੇ ਵਿੱਚ ਤੋਂ ਕੋਈ 80 ਮੀਲ ਤੇ ਪੈਂਦਾ। ਤੇ ਰੋਜ਼ ਤਾਂ ਆਉਣਾ ਜਾਣਾ ਬਹੁਤ ਔਖਾ ਸੀਗਾ। ਤੇ ਉੱਥੇ ਤਕਰੀਬਨ ਸਾਰੇ ਜਿੰਨੇ ਸਿੱਖ ਕੈਲੀਫੋਰਨੀਆ ਉਸੇ ਗੁਰਦੁਆਰਾ ਸਾਹਿਬ 'ਚ ਦੋ ਆਪਣੇ ਤਿਉਹਾਰਾਂ ਤੇ ਇਕੱਠੇ ਹੁੰਦੇ ਸੀਗੇ, ਜੀ, ਇੱਕ ਵਿਸਾਖੀ ਤੇ ਇੱਕ ਗੁਰੂ ਨਾਨਕ ਸਾਹਿਬ ਤੇ। ਜੀ, ਤੇ ਬਹੁਤ ਵੱਡੇ ਤਿਉਹਾਰ ਮਨਾਉਂਦੇ ਹੁੰਦੇ ਸੀਗੇ ਉੱਥੇ, ਜਿੰਨੇ ਕਿ ਸਾਡੀ ਪਾਪੂਲੇਸ਼ਨ ਇੱਥੇ ਸੀਗੀ। ਜੀ, ਤੇ ਸਾਨੂੰ ਵੀ ਹੋਇਆ ਵੀ ਸਾਡੇ ਵੀ ਇੱਥੇ ਗੁਰਦੁਆਰਾ ਸਾਹਿਬ ਹੋਣੇ ਚਾਹੀਦੇ ਆ। ਜੀ। ਸੋ ਅਸੀਂ ਫਿਰ 1965 ਦੇ ਵਿੱਚ, ਜਦੋਂ ਮੈਂ ਹਾਲੇ ਬਰਕਲੇ ਪੜ੍ਹਦਾ ਹੀ ਸੀਗਾ, ਤੇ ਮੇਰੀ ਅਪਾਰਟਮੈਂਟ 'ਚ ਉੱਥੇ ਮੀਟਿੰਗ ਹੋਈ ਸੀਗੀ, ਜਿਹਦੇ 'ਚ ਡਾਕਟਰ ਨਰਿੰਦਰ ਸਿੰਘ ਕਪਾਨੀ, ਡਾਕਟਰ ਜਨਮੇਜਾ ਸਿੰਘ, ਆਪਣਾ ਜਸਪਾਲ ਸਿੰਘ ਰਾਓ, ਗੁਰਪ੍ਰੀਤ ਸਿੰਘ ਚੱਲੇਵਾਲੀਆ ਤੇ ਮੈਂ, ਅਸੀਂ 5 ਸਿੰਘ ਇਕੱਠੇ ਹੋਏ ਤੇ ਅਸੀਂ ਸੋਚਿਆ ਵੀ ਇੱਥੇ ਆਪਣੀ ਆਰਗੇਨਾਈਜੇਸ਼ਨ ਬਣਾਉਣੀ ਚਾਹੀਦੀ ਹੈ। ਤੇ ਉੱਥੋਂ ਫਿਰ ਦੀ ਸਿੱਖ ਸੈਂਟਰ ਆਫ ਸੈਨ ਫਰਾਂਸਿਸਕੋ ਬੇ ਏਰੀਆ ਸੀ ਕੀਤੀ, ਤੇ ਜਿੱਥੋਂ ਫਿਰ ਉਸੇ ਮਹੀਨੇ ਅਸੀਂ ਪਹਿਲੀ ਸੰਗਰਾਂਦ ਮਨਾਈ ਤੇ ਆਏ ਮਹੀਨੇ ਸੰਗਰਾਂਦਾਂ ਦਾ ਪ੍ਰੋਗਰਾਮ ਸ਼ੁਰੂ। ਤੇ ਉਹ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਨਹੀਂ ਸੀ ਉਸ ਵੇਲੇ, ਤੇ ਆਪਣੇ ਗੁਰੂ ਨਾਨਕ ਸਾਹਿਬ ਦੀ ਫੋਟੋ ਮੂਹਰੇ ਰੱਖ ਕੇ
ਤੇ 12 ਮਾਹਾਂ ਦਾ ਗੁਰਕਾ ਸਾਹਿਬ ਦਾ ਪਾਠ ਕਰਕੇ ਤੇ ਕੁੱਕੀਆਂ ਤੇ ਚਾਹ ਦਾ ਲੰਗਰ ਕਰਕੇ, ਤੇ ਇੰਨੀ ਕਿ ਸਾਡੀ ਉਸ ਵੇਲੇ ਹੈਸੀਅਤ ਸੀਗੀ ਇੱਥੇ ਜੀ ਕਰਨ ਦੀ। ਤੇ ਫਿਰ ਉਹ ਤੋਂ ਬਾਅਦ ਸਾਡੇ ਕੋਲ ਸਰੂਪ ਆ ਗਿਆ, ਤੇ ਉਹ ਤੋਂ ਬਾਅਦ ਫਿਰ 1916 ਆ ਗਿਆ, ਜਦੋਂ ਕਿ 500 ਸਾਲਾ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜੀ ਆ ਗਿਆ। ਉਸ ਹੋਇਆ ਤਾਂ ਉਸ ਟਾਈਮ ਤੇ ਲੋਕਾਂ ਨੇ ਕਿਹਾ ਵੀ ਸਾਨੂੰ ਇੱਥੇ ਅਖੰਡ ਪਾਠ ਕਰਨਾ ਚਾਹੀਦਾ। ਜੀ ਤੇ ਅਸੀਂ ਫਿਰ ਜਦੋਂ ਆਵਾਜ਼ ਮਾਰੀ ਵੀ ਸਾਡੇ ਕੋਲ ਇੰਨੇ ਪਾਠੀ ਵੀ ਹੋਣਗੇ ਕਿ ਨਹੀਂ, ਕਿ ਸਾਡੇ ਕੋਲ ਇੱਥੇ ਪੇੜ ਪਾਠੀ ਤਾਂ ਹੁੰਦੇ ਨਹੀਂ ਸੀ। ਜੀ ਜੀ ਤੇ ਅਸੀਂ ਜਦੋਂ ਹੋਕਾ ਦਿੱਤਾ ਤਾਂ ਇੰਨੇ ਪਾਠੀ ਨਿਕਲੇ ਆਏ ਪਾਠ ਕਰਨ ਵਾਲੇ, ਤਾਂ ਅਸੀਂ ਪਾਠ ਕੀਤਾ ਤੇ ਨਾਲ ਰੌਲਾਂ ਦਾ ਪਾਠ ਕੀਤਾ। ਤੇ ਅਸੀਂ ਹੈਰਾਨ ਹੋ ਗਏ ਵੀ ਦੇਖੋ ਗੁਰੂ ਸਾਹਿਬ ਦੀ ਕਿੱਡੀ ਵੱਡੀ ਕਿਰਪਾ ਹੈ। ਉਹ ਪਹਿਲਾ ਟਾਈਮ ਸੀਗਾ ਕਿ ਬੇਰੀ ਦੇ ਵਿੱਚ ਪਹਿਲਾ ਅਖੰਡ ਪਾਠ ਹੋਇਆ। ਤੇ ਉਹ ਤੋਂ ਬਾਅਦ ਫਿਰ ਕਾਰਾਂ ਸਜਾ ਕੇ ਬਰਕਲੇ 'ਚ ਪਾਠ ਕੀਤਾ ਸੀਗਾ, ਬੇ ਸੈਂਸਿਸਕੋ ਬੇ ਬ੍ਰਿਜ ਦੇ ਉੱਪਰ। ਸੈਂਸਿਸਕੋ ਦੇ ਵਿੱਚ ਹਾਲ ਰੈਂਟ ਕਰਕੇ ਉੱਥੇ ਬੜੇ ਧੂਮ-ਧਾਮ ਦੇ ਨਾਲ ਉੱਥੇ ਗੁਰਪੁਰਬ ਮਨਾਇਆ। ਤੇ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਲੋਕਾਂ ਨੇ ਫਿਰ ਆਪਣੇ ਘਰੋਂ ਘਰੀ ਅਖੰਡ ਪਾਠ ਹੋਣੇ ਸ਼ੁਰੂ ਕਰ ਲਏ, ਤੇ ਸੰਗਤ ਦੇ ਮੈਂਬਰ ਆਪ ਅਖੰਡ ਪਾਠ ਕਰਦੇ ਸੀ, ਆਪੇ ਰੌਲਾਂ ਦੀ ਬਾਰੀਆਂ ਲਾਉਂਦੇ ਹੁੰਦੇ ਸੀਗੇ। ਸੋ 1970 ਦੇ ਵਿੱਚ ਫਿਰ 7 ਅਖੰਡ ਪਾਠ ਤੇ 3 ਰਹਿਣ ਸਵਾਈ ਕੀਰਤਨ ਹੋਏ। ਸੋ ਤੁਸੀਂ ਦੇਖੋ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ 500 ਸਾਲਾ ਸੀਗੇ, ਉਹਨੇ ਫਿਰ ਇੱਕ ਐਡੀ ਬੜੀ ਜੜ ਲਾਈ ਇੱਥੇ। ਤੇ ਉਹ ਤੋਂ ਬਾਅਦ ਫਿਰ ਇਹ ਗੁਰਦੁਆਰਾ ਸਾਹਿਬ ਦੀ ਫਿਰ ਇੱਥੇ ਸ਼ੁਰੂਆਤ। ਅੱਛਾ ਸਰਦਾਰ ਸਾਹਿਬ, ਇਹ ਤਾਂ ਕਿਉਂਕਿ ਉਸ ਤੋਂ ਬਾਅਦ ਬਹੁਤ ਵਿਸਥਾਰ ਲੈ ਜਾਂਦਾ, ਹੁਣ ਤਾਂ ਸਿੱਖਾਂ ਨੇ ਉੱਥੇ ਬਹੁਤ ਮਾਰ ਲਏ ਆ। ਅਸੀਂ ਹੁਣ ਲੜਾਈਆਂ ਝਗੜੇ ਵੀ ਕਰ ਲੈਨੇ ਗੁਰੂ ਘਰਾਂ ਦੇ ਨਾਂ ਤੇ, ਮਾਸ਼ਾਅੱਲਾ ਅਸੀਂ ਆਪਣੀ ਵਿਰਾਸਤ ਨਾਲ ਤੁਰਦੇ ਹੀ ਪਏ ਆ, ਉਹਦਾ ਵੀ ਵਿਸਥਾਰ ਹੁੰਦਾ। ਲੇਕਿਨ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਪੁੱਛੀ ਕਿ ਜਿਹੜਾ ਕੰਮ ਤੁਸੀਂ ਕੀਤਾ ਉੱਥੇ, ਵੱਡੀਆਂ ਬਿਲਡਿੰਗਸ ਉਸਾਰੀਆਂ, ਤੁਸੀਂ ਆਪਣੀ ਇੱਕ ਨਿੱਜੀ ਕੰਪਨੀ ਚਲਾਉਂਦੇ ਹੋ, ਹੁਣ ਤੁਸੀਂ ਵੱਡੇ ਬਿਜ਼ਨਸਮੈਨ ਹੋ, ਤੁਹਾਡਾ ਪਰਿਵਾਰ ਬੜਾ ਵਿਸ਼ਾਲ ਹੈ ਔਰ ਉਹ ਸਾਰਾ ਪਰਿਵਾਰ ਸਿੱਖੀ ਸਰੂਪ 'ਚ ਹੈ, ਤੁਹਾਡੀ ਤੀਜੀ ਪੀੜ੍ਹੀ ਵੀ। ਬੜਾ ਚੰਗਾ ਲੱਗਦਾ, ਮੈਂ ਫੋਟੋਗ੍ਰਾਫਸ ਦੇਖੀਆਂ ਨੇ, ਕਦੇ ਦੋਸਤਾਂ ਨਾਲ ਦੁਬਾਰਾ ਸ਼ੇਅਰ ਕਰਾਂਗੇ ਉਹ ਸਾਰੀਆਂ ਚੀਜ਼ਾਂ। ਤੁਸੀਂ ਬੜਾ ਰਾਇਲ ਲਾਈਫ ਸਟਾਈਲ ਜੀਨੇ ਹੋ, ਲੇਕਿਨ ਤੁਸੀਂ ਨਾਲ ਦੀ ਨਾਲ ਆਪਣੀਆਂ ਜੜ੍ਹਾਂ ਨਾਲੋਂ ਦੂਰ ਨਹੀਂ ਹੋਏ। ਸੋ ਮੈਨੂੰ ਉਹ ਆਪਣੇ ਕੰਮਕਾਜ ਬਾਰੇ ਦੱਸੋ ਜਿਹੜੀ ਤੁਹਾਡੀ ਕੰਪਨੀ ਨੇ ਕੀਤੇ, ਜਾਂ ਜਿਹੜੀਆਂ ਤੁਸੀਂ ਉਹ ਵੱਡੀਆਂ ਬਿਲਡਿੰਗਸ, ਉਹਨਾਂ ਦੇ ਨਾਮ ਹੀ ਤੁਸੀਂ ਮੈਨੂੰ ਮੈਂਸ਼ਨ ਕੀਤੇ ਸੀਗੇ, ਤੁਸੀਂ ਇੱਕ ਵਾਰੀ ਜਰਾ ਜ਼ਰੂਰ ਉਹ ਦੱਸੋ, ਤਾਂ ਕਿ ਜਿਹੜੇ ਸਾਡੇ ਲੋਕ ਉੱਧਰ ਬੈਠੇ ਆ ਉਹ ਜਾਣ ਸਕਣ ਕਿ ਜਿਨ੍ਹਾਂ ਬਿਲਡਿੰਗਸ ਨੂੰ ਦੇਖ ਕੇ ਸਾਡੀ ਦਸਤਾਰ ਜਿਹੜੀ ਉਹ ਢਿੱਲੀ ਹੋ ਜਾਂਦੀ ਤਾਂ ਅੱਖਾਂ ਕਰਦਿਆਂ, ਉਹ ਸਾਡੇ ਆਪਣੇ ਲੋਕਾਂ ਦੀ ਕਿਰਤ ਹੈ। ਦੇਖੋ ਜੀ, ਮੈਂ ਆਪਣੀ ਇੰਜੀਨੀਅਰਿੰਗ ਖਤਮ ਕੀਤੀ ਸੀਗੀ, ਤੇ ਉਦੋਂ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਨੂੰ ਸਾਰਿਆਂ ਤੋਂ ਟਾਲੈਸਟ ਬਿਲਡਿੰਗ ਔਨ ਦਾ ਵੈਸਟ ਕੋਸਟ ਤੇ ਕੰਮ ਕਰਨ ਦਾ ਸੁਭਾਗ ਮਿਲ ਗਿਆ। ਤੇ ਉਸ ਟਾਈਮ ਦੇ ਉੱਪਰ ਇਹ ਸੈਨ ਫਰਾਂਸਿਸਕੋ ਦੇ ਵਿੱਚ ਪਹਿਲੀ ਬਿਲਡਿੰਗ ਸੀ ਜਿਹੜੀ 52 ਸਟੋਰੀ ਬਿਲਡਿੰਗ ਬਣਨੀ ਸੀਗੀ, ਤੇ ਉਹਦੀਆਂ ਫਾਊਂਡੇਸ਼ਨਸ ਦਾ ਕੰਮ, ਤੇ ਉਹਦੀਆਂ ਐਕਸਕੇਵੇਸ਼ਨ ਦਾ ਕੰਮ, ਤੇ ਟਾਈਬੈਕਸ ਦਾ ਕੰਮ ਉਹ ਸੀਗਾ। ਤੇ ਸੋ ਉਹਦੀਆਂ ਫਾਊਂਡੇਸ਼ਨ ਤੇ ਕੰਮ ਕੀਤਾ, ਮੈਂ ਟਾਈਬੈਕਸ ਤੇ ਕੰਮ ਕੀਤਾ। ਇਹ ਬੜਾ ਇੱਕ ਯੂਨੀਕ ਪਹਿਲੀ ਕਿਸਮ ਦਾ ਕੰਮ ਸੀਗਾ ਸੈਨ ਫਰਾਂਸਿਸਕੋ ਦੇ ਵਿੱਚ, ਕਿ 50 ਫੁੱਟ ਡੂੰਘੀ ਐਕਸਕੇਵੇਸ਼ਨ ਦੇ ਵਿੱਚ ਟਾਈਬੈਕਸ ਦਾ ਕੰਮ ਹੋਵੇ। ਤੇ ਜਿਹੜੀਆਂ ਉੱਥੇ ਦੀਆਂ ਫਾਊਂਡੇਸ਼ਨ ਸੀਗੀਆਂ ਉਹ ਵੀ ਬਹੁਤ ਯੂਨੀਕ ਸੀਗੀਆਂ ਉਸ ਬਿਲਡਿੰਗ ਦੇ ਵਾਸਤੇ, 52 ਸਟੋਰੀ ਦੀ ਬਿਲਡਿੰਗ ਵਾਸਤੇ। ਤੇ ਉਹਦੇ ਤੇ ਕੰਮ ਕੀਤਾ ਮੈਂ। ਉਹ ਤੋਂ ਬਾਅਦ ਫਿਰ ਦੂਜੀ ਬਿਲਡਿੰਗ ਸੈਨ ਫਰਾਂਸਿਸਕੋ ਦੇ ਵਿੱਚ ਬਣੀ ਸੀਗੀ, ਜਿਹੜੀ ਦਾ ਨਾਮ ਹੈਗਾ ਟ੍ਰਾਂਸ ਅਮਰੀਕਾ ਬਿਲਡਿੰਗ, ਤੇ ਉਹਦੇ ਤੇ ਵੀ ਮੈਂ ਕੰਮ ਕੀਤਾ। ਉਹ 60 ਸਟੋਰੀ ਦੀ ਬਿਲਡਿੰਗ ਸੀਗੀ, ਤੇ ਉਸ ਬਿਲਡਿੰਗ ਦੇ ਵੀ ਐਕਸਕੇਵੇਸ਼ਨ ਉੱਦਾਂ ਹੀ ਬਹੁਤ ਡੂੰਘੀ ਸੀਗੀ, ਤੇ ਉਸ ਐਕਸਕੇਵੇਸ਼ਨ ਦੇ ਉਹ ਮੈਟ ਫਾਊਂਡੇਸ਼ਨ ਤੇ ਪਾਈ ਸੀਗੀ, ਤੇ ਉਸ ਤਰੀਕੇ ਨਾਲ ਡਿਜ਼ਾਈਨ ਕੀਤੀ ਸੀਗੀ। ਉਹ ਵੀ ਇਸ ਏਰੀਏ ਦੀ ਟਾਲ ਬਿਲਡਿੰਗ ਸੀਗੀ। ਸੋ ਇਹ ਉਹ ਬਿਲਡਿੰਗਾਂ ਪਿਛਲੇ 3-4 ਸਾਲ ਤੱਕ ਟਾਲੈਸਟ ਬਿਲਡਿੰਗਸ ਰਹੀਆਂ ਨੇ ਸੈਨ ਫਰਾਂਸਿਸਕੋ ਦੀਆਂ। ਤੇ ਪਿਛਲੇ 3-4 ਸਾਲ ਹੋਏ ਨੇ, ਉਦੋਂ ਇੱਕ ਸੇਲਸ ਫੋਰਸ ਟਾਵਰ ਇੱਥੇ ਬਣਿਆ, ਜਿਹੜਾ ਇਹਨਾਂ ਬਿਲਡਿੰਗਸ ਤੋਂ ਟਾਲ ਬਣਿਆ ਨਹੀਂ।
ਹੁਣ ਤੱਕ ਇਹੀ ਦੋ ਬਿਲਡਿੰਗਾਂ ਜੀ ਇੱਥੇ ਟੋਲੈਸਟ ਬਿਲਡਿੰਗ ਰਹੀਆਂ। ਤੇ ਉਹ ਤੋਂ ਬਾਅਦ ਫਿਰ ਮੈਨੂੰ ਗੋਲਡਨ ਗੇਟ ਬ੍ਰਿਜ, ਜਿਹੜਾ ਆਈਕਨ ਹੈ ਸਾਰੇ ਅਮਰੀਕਾ ਦਾ ਕਿ ਸਾਰੀ ਦੁਨੀਆ ਦਾ ਆਈਕਨ ਹੈ, ਇੱਕ ਹਾਲੀਵੁੱਡ ਪ੍ਰੋਜੈਕਟ ਹੈ, ਉਹਦੇ ਤੇ ਮੈਨੂੰ ਸੋਲ ਸੋਰਸ ਪਿਕ ਕਰਕੇ ਮੇਰੀ ਕੰਪਨੀ ਨੂੰ, ਜਦੋਂ ਮੈਂ ਹਾਲੇ ਆਪਣੀ ਕੰਪਨੀ ਸ਼ੁਰੂ ਹੀ ਕੀਤੀ ਸੀਗੀ, ਹਾਲੇ ਮੇਰੇ ਕੋਲ 7 ਕੁ EMPLOYEE ਸੀਗੇ, ਤੇ ਉਸ ਟਾਈਮ ਤੇ ਮੈਨੂੰ ਗੋਲਡਨ ਗੇਟ ਬ੍ਰਿਜ ਡਿਸਟ੍ਰਿਕਟ ਨੇ ਹਾਇਰ ਕੀਤਾ ਸੀਗਾ ਉਹਨਾਂ ਦੇ ਨਾਲ ਕੰਮ ਕਰਨ ਵਾਸਤੇ, ਗੋਲਡਨ ਗੇਟ ਵਾਹ ਬ੍ਰਿਜ ਦੀ ਰੈਟਰੋਫਿਟ ਵਾਸਤੇ। ਇੱਥੇ 1900 ਤੇ 1979 ਦੇ ਵਿੱਚ ਲੋਮਾ ਪ੍ਰੀਟ ਅਰਥਕੁਏਕ ਆਇਆ ਸੀਗਾ। ਉਦੋਂ ਸੈਨ ਫ੍ਰਾਂਸਿਸਕੋ ਬੇ ਬ੍ਰਿਜ ਨੂੰ ਡੈਮੇਜ ਹੋ ਗਿਆ ਸੀਗਾ, ਤੇ ਇੱਕ ਸਪੈਨ ਵੀ ਡਿੱਗ ਪਿਆ ਸੀਗਾ, ਤੇ ਬ੍ਰਿਜ ਬੰਦ ਵੀ ਹੋ ਗਿਆ ਸੀਗਾ। ਉਹ ਤੋਂ ਬਾਅਦ ਫਿਰ ਇੱਥੇ ਕੀ ਕਹਿੰਦੇ ਨੇ, ਆਪਣੇ ਸਾਰੇ ਬ੍ਰਿਜਸ ਦੀ ਰੈਟਰੋਫਿਟ ਸ਼ੁਰੂ ਹੋਈ ਸੀਗੀ, ਤੇ ਮੈਨੂੰ ਗੋਲਡਨ ਜੀ ਗੇਟ ਬ੍ਰਿਜ ਦਾ ਜੌਬ ਮਿਲਿਆ ਸੀਗਾ। ਸੋ ਉਹ ਇੱਕ ਬੜਾ ਹਾਲੀਵੁੱਡ ਜਿਹਨੇ ਮੈਨੂੰ ਬਹੁਤ ਜ਼ਿਆਦਾ ਵਿਜ਼ਿਬਿਲਿਟੀ ਦਿੱਤੀ ਕੰਮ ਕਰਨ ਦੀ, ਕਿਉਂਕਿ ਜਿਹੜਾ ਕੋਈ ਸੈਨ ਫ੍ਰਾਂਸਿਸਕੋ ਦੇ ਵਿੱਚ ਆਉਂਦਾ, ਜਦ ਤੱਕ ਉਹ ਬੰਦਾ ਗੋਲਡਨ ਗੇਟ ਬ੍ਰਿਜ ਦੇ ਦਰਸ਼ਨ ਨਹੀਂ ਕਰਕੇ ਜਾਂਦਾ, ਉਦੋਂ ਤੱਕ ਉਹਦੀ ਯਾਤਰਾ ਸੈਨ ਫ੍ਰਾਂਸਿਸਕੋ ਦੀ ਪੂਰੀ ਨਹੀਂ ਹੁੰਦੀ। ਜੀ ਸੋ ਐਡਾ ਇੱਕ ਪ੍ਰੋਜੈਕਟ ਹੈ, ਤੇ ਇੱਥੇ ਦੀ ਕੋਈ ਵੀ ਕਾਨਫਰੰਸਿਸ ਹੁੰਦੀਆਂ ਨੇ, ਜੋ ਕੁਝ ਵੀ ਹੁੰਦੀਆਂ ਨੇ, ਸਾਰੇ ਬਰੋਸ਼ੋਰ ਦੇ ਉੱਪਰ ਗੋਲਡਨ ਗੇਟ ਬ੍ਰਿਜ ਲੱਗਿਆ ਦੀ ਫੋਟੋ ਲੱਗੀ ਹੁੰਦੀ ਹੈ। ਉਹ ਸਾਡਾ ਇੱਕ ਸੈਨ ਫ੍ਰਾਂਸਿਸਕੋ ਦਾ ਆਈਕਨ ਹੈ। ਜੀ ਅੱਛਾ ਸਰਦਾਰ ਸਾਹਿਬ, ਮੈਨੂੰ ਹੁਣ ਤੁਸੀਂ ਇਹ ਦੱਸਿਓ ਕਿ ਮੈਂ ਤੁਹਾਡਾ ਸੋਸ਼ਲ ਮੀਡੀਆ ਵਿਜ਼ਿਟ ਕਰ ਰਿਹਾ ਸੀਗਾ, ਜਿਹਦੇ ਵਿੱਚ ਤੁਹਾਡੀ ਫੇਸਬੁੱਕ ਜਾਂ ਬਾਕੀ ਉਹਦੇ ਵਿੱਚ ਤੁਸੀਂ ਅਕਸਰ ਦਾਨ ਪੁੰਨ ਬੜਾ ਕਰਦੇ ਰਹਿੰਦੇ ਹੋ। ਜਿਹੜੇ ਨਵੇਂ-ਨਵੇਂ ਐਫਰਟਸ ਹੁੰਦੇ ਆ, ਜਿਹੜੇ ਵੱਖ-ਵੱਖ ਥਾਵਾਂ ਤੇ ਲੋਕ ਕੁਝ ਯਤਨ ਕਰ ਰਹੇ ਆ, ਚੰਗੇ ਪਾਸੇ ਤੁਰੇ ਆ, ਤੁਸੀਂ ਉਹਨਾਂ ਨੂੰ ਡੋਨੇਟ ਕਰਦੇ ਹੋ। ਪੰਜਾਬ ਦੇਰ ਹੋ ਗਈ ਤੁਹਾਨੂੰ ਛੱਡਿਆ, 65 ਤੋਂ ਤੁਸੀਂ ਚਲੇ ਜਾਂਦੇ ਹੋ, ਲੇਕਿਨ ਉਸ 65 ਵਾਲੇ ਪੰਜਾਬ ਤੋਂ ਹੁਣ ਤੱਕ ਪੰਜਾਬ ਪਿਛਾਂਹ ਨੂੰ ਮੁੜਦਾ ਨਜ਼ਰ ਆਉਂਦਾ। ਤੁਹਾਨੂੰ ਕਦੇ ਝੋਰਾ ਹੁੰਦਾ ਹੋਊਗਾ ਕਿ ਜਿਸ ਪੰਜਾਬ ਨੂੰ ਸਿੰਜਣ ਲਈ ਤੁਸੀਂ ਵਿਦੇਸ਼ ਦਾ ਰਾਹ ਫੜਿਆ, ਉਦੋਂ ਤਾਂ ਮੇਰਾ ਖਿਆਲ ਇਹੋ ਹੀ ਹੁੰਦਾ ਸੀ ਜਿਨ੍ਹਾਂ ਦੌਰਾਂ 'ਚ ਤੁਸੀਂ ਗਏ ਕਿ ਜਾਵਾਂਗੇ ਤੇ ਘਰ ਦੇ ਦਿਨ ਮੋੜਾਂਗੇ, ਅਸੀਂ ਸ਼ਰੀਕਾਂ ਦੇ ਵਿੱਚ ਨੱਕ ਉੱਚਾ ਕਰਕੇ ਤੁਰ ਸਕਾਂਗੇ, ਆਪਣੇ ਘਰਦਿਆਂ ਨੂੰ ਸਪੋਰਟ ਕਰਾਂਗੇ, ਆਪਣੀ ਕੋਠੀ ਵੱਡੀ ਕਰ ਲਾਂਗੇ। ਸੋ ਅੱਜ ਜਦੋਂ ਇੰਨੇ ਸਾਲਾਂ ਬਾਅਦ ਪੰਜਾਬ ਨੂੰ ਤੱਕਦੇ ਹੋ ਤੇ ਜਿਹੜੇ ਨਿਘਾਰ ਆ ਗਏ ਆ, ਉਹਨਾਂ ਨੂੰ ਦੇਖ ਕੇ ਮਨ 'ਚ ਕਿਸ ਤਰ੍ਹਾਂ ਦੇ ਵਲਵਲੇ, ਕਿਸ ਤਰ੍ਹਾਂ ਦੇ ਅਨੁਭਵ, ਕਿਸ ਤਰ੍ਹਾਂ ਦੀ ਭਾਵ ਜਿਹੜੇ ਆ ਉਹ ਪੈਦਾ ਹੁੰਦੇ ਆ? ਦੇਖੋ ਜੀ, ਜਦੋਂ ਮੈਂ ਪਹਿਲਾਂ ਅਮਰੀਕਾ ਆਇਆ ਸੀਗਾ, ਪਹਿਲੇ ਇੰਨਾ ਸਮਾਂ ਤਾਂ ਮੇਰੀ ਇਹੀ ਇੱਛਾ ਸੀਗਾ ਕਿ ਵਾਪਸ ਇੰਡੀਆ ਜਾ ਕੇ ਤੇ ਉੱਥੇ ਕੰਮ ਸ਼ੁਰੂ ਕਰਨਾ, ਪਰ ਟਾਈਮ ਦੇ ਨਾਲ ਇੱਥੇ ਮੁਲਕ ਦੇ ਵਿੱਚ ਓਪਰਚੁਨਿਟੀਜ਼ ਇੰਨੀਆਂ ਸੀਗੀਆਂ ਕਿ ਕੁਦਰਤੀ ਸ਼ੋਹਰਤ ਇੰਨੀ ਮਿਲਣੀ ਸ਼ੁਰੂ ਹੋ ਗਈ ਕਿ ਉਹ ਲੱਗਦਾ ਸੀਗਾ ਕਿ ਉਹ ਮੁੜ ਕੇ ਇਹ ਛੱਡਣੋਂ ਦਿਲ ਨਹੀਂ ਕੀਤਾ, ਕਿਉਂਕਿ ਉਹ ਜਿਹੜੀ ਰੈਕਗਨੀਸ਼ਨ ਇੱਥੇ ਹੋਈ ਹੈ, ਉਹ ਲੱਗਦਾ ਸੀ ਵੀ ਉਹ ਰੈਕਗਨੀਸ਼ਨ ਉੱਥੇ ਮਿਲਣੀ ਨਹੀਂ ਹੈਗੀ ਜਾ ਕੇ। ਕੁਛ ਉਹਦਾ ਵੀ ਕੁਛ ਹੋ ਗਿਆ ਵੀ ਰੈਕਗਨੀਸ਼ਨ ਛੱਡਣ ਦਾ ਮਨ ਨਹੀਂ ਬਣਿਆ। ਪਰ ਇੰਡੀਆ ਦੇ ਵਿੱਚ ਜਿਹੜਾ ਹੈਗਾ ਨਾ ਜੀ ਕੰਮ, ਆਈ ਥਿੰਕ ਵੀ ਆਰ ਗੋਇੰਗ ਬੈਕਵਰਡ। ਸਾਡੀ ਕਲਚਰ ਬੜੀ ਫਰਕ ਚਲੀ ਗਈ। ਜਿਹੜਾ ਸੀ ਨਾ ਕਲਚਰ, ਪਹਿਲਾਂ ਸਿਰੜੀ ਕਲਚਰ ਹੁੰਦੀ ਸੀਗੀ ਵੀ ਅਸੀਂ ਕੰਮ ਕਰਨਾ ਹੈ, ਕੁਛ ਕਰਨਾ, ਜੋ ਕੁਛ ਵੀ ਕਰਨਾ। ਮੈਨੂੰ ਮਾਫ਼ ਕਰਿਓ, ਆ ਜਿਹੜੀ ਸਾਡੀ ਮੈਰਿਜ ਪੈਲੇਸਿਸ ਦੀ ਕਲਚਰ ਹੈ, ਲੱਚਰ ਗਾਇਕੀ ਦੀ ਕਲਚਰ ਹੈ, ਅਤੇ ਹੋਰ ਕਿਸਮ ਦੀ ਕਲਚਰ ਹੈ, ਇਹਨੇ ਸਾਨੂੰ ਬਹੁਤ ਜ਼ਿਆਦਾ ਢਾਹ ਲਾਤਾ ਚੱਕ ਕੇ। ਅਤੇ ਵੱਡੇ ਵੱਡੇ ਵਿਆਹ ਕਰਨੇ, ਵਾਧੂ ਦੇ ਪੈਸੇ ਸਿੱਟ ਦੇਣੇ ਜਾ ਕੇ, ਜੋ ਕੁਛ ਵੀ ਕਰ ਦੇਣਾ। ਆਈ ਥਿੰਕ ਦਾ ਮਨੀ ਇਜ਼ ਵੇਸਟਡ ਇਨ ਲੋਟ ਆਫ ਗਾਰਬੇਜ ਸਟਫ, ਕਿ ਕੋਈ ਕਿਸੇ ਮਤਲਬ ਨਹੀਂ, ਕਿਸੇ ਚੀਜ਼ ਨਹੀਂ। ਕੀ ਤੁਸੀਂ ਉਹਦੇ 'ਚ ਗੇਨ ਕੀ ਕਰਦੇ ਹੋ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦਾ। ਉਹ ਜਿਹੜੀਆਂ ਚੀਜ਼ਾਂ ਲੋਕ ਉੱਥੇ ਜਾ ਕੇ ਖਾ ਪੀ ਕੇ ਜਾਂਦੇ ਨੇ, ਉਹ ਜਾ ਕੇ ਭੁੱਲ ਜਾਂਦੇ ਨੇ, ਜਾ ਕੇ ਪਿੱਛੋਂ ਤੁਹਾਡੀਆਂ ਗੱਲਾਂ ਬਣਾਉਂਦੇ ਨੇ ਜਾ ਕੇ ਵੀ ਉਹਦੇ ਖਾਣਾ ਚੰਗਾ ਨਹੀਂ ਸੀ, ਪੀਣਾ ਚੰਗਾ ਨਹੀਂ ਸੀਗਾ। ਅਤੇ ਉਹ ਜਿਹੜੀ ਬੱਚਿਆਂ ਦੀ ਇਨਹੈਰੀਟੈਂਸ ਹੈ, ਜੋ ਕੁਛ ਉਹਨਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ, ਉਹ ਸਾਰੀ ਉਹਨਾਂ ਦੀ ਗਵਾ ਦਿੰਦੇ ਹੋ। ਮੈਂ ਇੱਥੇ ਭੁਚਾਲ 'ਚ ਆਇਆ ਸੀਗਾ ਸੁਨਾਮੀ ਵੇਲੇ, ਅਤੇ ਸੁਨਾਮੀ ਵੇਲੇ ਮੈਨੂੰ ਜਾ ਕੇ ਤਾਮਿਲਨਾਡੂ ਵੀ ਜਾ ਕੇ ਉੱਥੇ ਗਿਆ ਅਤੇ ਜਾ ਕੇ ਦੇਖਿਆ ਕਿੰਨਾ ਫਰਕ ਹੈ। ਉਹ ਬੰਦਿਆਂ ਦੀ ਲਾਈਫ ਦੀ ਕਿੰਨੀ ਸਿੰਪਲਿਸਿਟੀ, ਉਹਨਾਂ ਕੋਲ ਇੰਨਾ ਪੈਸਾ, ਸਭ ਕੁਛ ਹੈ, ਕੋਈ ਦਿਖਾਵੇ 'ਚ ਬਿਲੀਵ ਨਹੀਂ ਕਰਦੇ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ।
ਤੇ ਪੈਸੇ ਉਹਨਾਂ ਕੋਲੇ ਵਾਧੂ ਨੇ, ਜੋ ਕੁਝ ਵੀ ਹੈਗੇ ਨੇ, ਉੱਥੇ ਹਾਲੇ ਵੀ ਸਾਦਗੀ ਹੈਗੀ ਹੈ। ਬੱਚਿਆਂ ਨੂੰ ਪੈਸੇ ਔਨ ਕਰਦੇ ਆ, ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ। ਸਾਡਾ ਤਾਂ ਇਸ ਵਾਲੇ ਪਾਸਿਓਂ ਮਾਫ ਕਰਨਾ, ਜਿਵੇਂ ਆਪਣਾ ਲਫ਼ਜ਼ ਵੀ ਜੀ ਵਰਤਦਾ, ਬੇੜਾ ਬਿਲਕੁਲ ਹੀ ਜੀ। ਗਰਕ ਹੋ ਚੁੱਕਿਆ। ਤੇ ਸੋ ਆਈ ਥਿੰਕ we need to look into our souls. We have to do a revival ਕਿ ਅਸੀਂ ਉਹਦੇ ਵਿੱਚੋਂ ਕਿਵੇਂ ਜੀ ਨਿਕਲਣਾ ਬਾਹਰ, ਕਿਵੇਂ ਕਿਵੇਂ ਅਸੀਂ ਜਾਗਰਤੀ ਲੈ ਕੇ ਆਉਣੀ ਹੈ। ਇਹ ਪਤਾ ਨਹੀਂ ਕੋਈ ਗੁਰੂ ਸਾਹਿਬ ਦਾ ਕ੍ਰਿਸ਼ਮਾ ਹੀ ਹੈ ਕਿ ਆ ਜਿਹੜਾ ਕਰੋਨਾ ਵਾਇਰਸ ਜਿਹਾ ਆਇਆ, ਸ਼ਾਇਦ ਇਹਦੇ 'ਚ ਗੁਰੂ ਸਾਹਿਬ ਕੋਈ ਸਾਡੇ 'ਚ ਇੱਕ ਵੱਡੀ ਚੇਂਜ ਲਿਆ ਦੇਣ, ਤਾਂ ਕਿ ਸਾਡੇ ਜਿਹੜੇ ਹੈਗੇ ਨੇ ਯੂਥ, ਉਹਨਾਂ ਨੂੰ ਕੋਈ ਅਕਲ ਆ ਜਾਏ ਮਾੜੀ ਜੀ, ਕਿ ਆਪਣੇ ਹੱਥੀਂ ਕੋਈ ਕੰਮ ਕਰਨਾ ਸ਼ੁਰੂ ਕਰ ਲੈਣ, ਤਾਂ ਕਿ ਕਿਸੇ ਪਾਸੇ ਲੱਗ ਸਕਣ। ਮਿਹਨਤ ਕਰਨੀ ਕੋਈ ਮਾੜੀ ਚੀਜ਼ ਨਹੀਂ ਹੈ। ਬਾਹਰਲੇ ਮੁਲਕਾਂ 'ਚ ਵੀ ਤਾਂ ਆ ਜੀ ਕੇ ਜੀ ਮਿਹਨਤ ਕਰਦੇ ਹੀ ਨੇ, ਤੇ ਇੱਥੇ ਵੀ ਤਾਂ ਦਿਨ ਰਾਤ ਲੱਗ ਕੇ ਕਰਦੇ ਹੀ ਨੇ। ਹੁਣ ਮੈਂ ਪਿੱਛੇ ਜੇ ਇੱਕ ਦੇਖਿਆ ਹੈ, ਉਹ ਅਫਗਾਨਿਸਤਾਨ ਤੋਂ ਆਈ ਫੈਮਿਲੀ ਜਦੋਂ ਮੂਵ ਕੀਤੀ ਜੀ ਹੈ, ਸਿੱਖ ਫੈਮਿਲੀ ਹੈਗੀ ਹੈ। ਉਹ ਲੜਕੇ ਨੇ ਲਿਖਿਆ, ਕਹਿੰਦਾ ਮੈਂ ਹਾਲੇ ਜੀ 1 ਮਹੀਨੇ ਦਾ ਸੀ, ਅਸੀਂ ਨੈਦਰਲੈਂਡਸ ਗਏ, ਉੱਥੋਂ ਪਤਾ ਨਹੀਂ ਕਿੱਥੇ ਕਿੱਥੇ ਗਏ। ਹਾਰਵਰਡ ਆ ਕੇ ਕਹਿੰਦਾ ਮੈਂ 3 ਜੌਬਾਂ ਕੀਤੀਆਂ, ਜੋ ਕੁਝ ਵੀ ਕੀਤੀਆਂ ਹੈ ਜੀ, ਜੀ ਤੇ ਕਿੰਨਾ ਕੁਛ ਦੱਸਿਆ ਮੈਂ ਕੀ ਕੁਛ ਕੀਤਾ। ਹੁਣ ਹਾਰਵਰਡ ਤੋਂ ਨੇ ਮੁੰਡੇ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਡਿਗਰੀ ਕੀਤੀ ਹੈ। ਮੈਂ ਕਿਹਾ ਦੇਖੋ ਵੀ ਅਫਗਾਨਿਸਤਾਨ ਤੋਂ ਡਿਸਪਲੇਸ ਹੋਇਆ ਹੋਇਆ ਇੱਕ ਮਹੀਨੇ ਦੀ ਉਮਰ ਦੇ ਵਿੱਚ ਆ ਕੇ ਤੇ ਹਾਰਵਰਡ ਤੋਂ ਡਿਗਰੀ ਲਈ ਬੈਠਾ। ਜੀ ਜੀ ਸਾਡੇ 'ਚ ਉਹ ਜਿਹੜੀ ਪੁਰਾਣੀ ਜਨਰੇਸ਼ਨ ਸੀ ਨਾ, ਜਿਹੜੀ ਇੱਥੇ 80 ਦੇ ਦਹਾਕਿਆਂ 'ਚ ਆਈ ਹੈ, ਜਿਨ੍ਹਾਂ ਨੇ ਆ ਕੇ ਇੱਥੇ ਕੰਮ ਕੀਤੇ ਨੇ, ਉਹਨਾਂ 'ਚ ਉਹ ਟੈਨੈਸਿਟੀ ਸੀਗੀ। ਉਹ ਸਾਡੇ 'ਚ ਉਹ ਟੈਨੈਸਿਟੀ ਖਤਮ ਹੋ ਚੁੱਕੀ। ਸਾਡੇ ਪੇਰੈਂਟਸ 'ਚ ਵੀ ਖਤਮ ਹੋ ਚੁੱਕੀ, ਸਾਡੇ ਬੱਚਿਆਂ 'ਚ ਵੀ ਖਤਮ ਹੋ ਚੁੱਕੀ। ਨਾ ਪੇਰੈਂਟਸ ਕੋਲੇ ਆ, ਨਾ ਬੱਚਿਆਂ ਕੋਲੇ ਆ ਕੇ। ਇਹ ਸਾਨੂੰ ਮੁੜ ਕੇ ਕਿਤੇ ਰਿਵਾਈਵ ਕਰਨੀ ਪੈਣੀ ਹੈ, ਤਾਂ ਅਸੀਂ ਕਿਸੇ ਉਸ ਪਾਸੇ। ਦੋਸਤੋ, ਕਹਿੰਦੇ ਜਿਨ੍ਹਾਂ ਦੇ ਇਰਾਦੇ ਪਹਾੜ ਜਿੱਡੇ ਹੁੰਦੇ ਆ, ਉਹਨਾਂ ਨੂੰ ਪਹਾੜ ਵੀ ਰਾਹ ਦੇ ਦਿੰਦੇ ਆ, ਸਮੁੰਦਰ ਵੀ ਉਹਨਾਂ ਲਈ ਰਸਤਾ ਛੱਡ ਦਿੰਦੇ ਆ। ਸੋ ਇਹ ਸਾਡੀ ਕੁਝ ਆਪਣੀ ਸ਼ਾਨ ਲੋਕ ਨੇ, ਜਿਨ੍ਹਾਂ ਨੇ ਸਾਡੇ ਲਈ ਰਾਹ ਬਣਾਏ। ਇਹ ਸਾਡੇ ਲਈ ਉੱਥੇ ਸੌਖੇ ਰਸਤੇ ਕਰਤੇ ਪਛਾਣ ਦੇ ਨਜ਼ਰੀਏ ਤੋਂ। ਹੁਣ ਸਾਨੂੰ ਦੱਸਣਾ ਨਹੀਂ ਪੈਂਦਾ ਕਿ ਸਾਡੇ ਸਿਰ ਤੇ ਦਸਤਾਰ ਕਿਉਂ ਆ। ਦੋਸਤੋ, ਮੈਂ ਸਰਦਾਰ ਸਾਹਿਬ ਨੂੰ ਇਹ ਸਵਾਲ ਕਰਕੇ ਛੁੱਟੀ ਲੈ ਲੈਣੀ ਹੈ ਇਹਨਾਂ ਤੋਂ। ਕਾਰਨ ਇਹ ਹੈ ਕਿ ਇਹਨਾਂ ਦੀ ਬੜੀ ਸਵੇਰ ਆ, ਅਜੇ ਸਵੇਰੇ ਸਵੇਰੇ ਮੇਰੇ ਕਰਕੇ ਇਹਨਾਂ ਨੂੰ ਤਿਆਰ ਹੋਣਾ ਪੈ ਗਿਆ। ਤੇ ਮੈਂ ਕਿਉਂਕਿ ਇਹ ਸਵਾਲ ਵੱਡਾ ਹੈ ਸਰਦਾਰ ਸਾਹਿਬ, ਕਿ ਜੇ ਸਿਰੜ ਹੋਵੇ, ਜੇਕਰ ਤੁਸੀਂ ਇਰਾਦਾ ਕਰ ਲਓ, ਮੈਨੂੰ ਦੱਸੋ ਵੱਡੇ ਤੋਂ ਵੱਡਾ ਕੰਮ ਵੀ ਸਰ ਕਰ ਸਕਦੇ ਆ ਕਿ ਨਹੀਂ? ਕਿਤੇ ਕਿਤੇ ਸਾਡੇ ਹੌਸਲੇ ਡਿੱਗਣ ਲੱਗੇ, ਢਹਿਣ ਲੱਗੇ। ਮੇਰੇ ਆਪਣੇ ਲੋਕ, ਤੁਹਾਡੇ ਆਪਣੇ ਲੋਕ, ਉਹਨਾਂ ਪੰਜਾਬੀਆਂ ਦੇ ਅੰਦਰ ਹੁਣ ਉਹ ਕਣ ਨਹੀਂ ਬਚਿਆ। ਸੋ ਮੈਂ ਅਣਖ ਵਾਲੀ ਗੱਲ ਕਰਨ ਲੱਗਿਆ ਕਿ ਕੀ ਅਸੀਂ ਚਾਹ ਕੇ ਕੁਝ ਬਦਲ ਸਕਦੇ ਹਾਂ? ਕੀ ਅਸੀਂ ਸਥਾਪਤੀ ਨੂੰ ਚੈਲੰਜ ਕਰ ਸਕਦੇ ਹਾਂ, ਚੁਣੌਤੀ ਦੇ ਸਕਦੇ ਹਾਂ? ਕੀ ਕੁਝ ਵੀ ਸੋਚਿਆ ਸਿਰੇ ਚੜ ਸਕਦਾ ਜੇ ਇਰਾਦੇ ਨੇਕ ਹੋਣ? ਇਹ ਸਵਾਲ ਹੈ, ਕਿਉਂਕਿ ਤੁਸੀਂ ਇਹ ਸਵਾਲ ਸਰ ਕੀਤੇ। ਇਹ ਜੀ ਸਾਨੂੰ ਅਣਖ ਸਾਨੂੰ ਆਪ ਜਗਾਉਣੀ ਪੈਣੀ ਹੈ, ਕਿਉਂਕਿ ਇਹ ਅਣਖ ਜਗਾਉਣ ਦਾ ਕੰਮ ਮੈਂ ਇੱਥੇ ਆਪਣੇ ਬੱਚਿਆਂ ਨਾਲ ਅਮਰੀਕਾ ਦੇ ਵਿੱਚ ਵੀ ਕਰ ਰਿਹਾ, ਕਿਉਂਕਿ ਕਈ ਸਾਡੇ ਇੱਥੋਂ ਇਮੀਗ੍ਰੈਂਟ ਨਵੇਂ ਆ ਰਹੇ ਨੇ, ਫੈਮਲੀਜ਼ ਜਿਨ੍ਹਾਂ ਦਾ ਉੱਥੇ ਬੜਾ ਐਜੂਕੇਸ਼ਨਲ ਬੈਕਗਰਾਊਂਡ ਨਹੀਂ ਹੈਗਾ, ਅਤੇ ਇੱਥੇ ਆ ਕੇ ਉਹਨਾਂ ਦੇ ਬੱਚੇ ਮਾੜੇ ਜਿਹੇ ਰੁਲ ਜਾਂਦੇ ਨੇ ਆ ਕੇ, ਕਿਉਂਕਿ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਹੈਗੀ ਘਰੋਂ। ਪਰ ਉਹ ਬੱਚੇ ਜਿਹੜੇ ਹੈਗੇ ਨੇ, ਉਹਨਾਂ ਦੇ ਕੋਲ ਟੈਲੈਂਟ ਇੰਨਾ ਹੈਗਾ, ਪਰ ਉਹ ਗਾਈਡੈਂਸ ਕਰਨੀ ਵਾਂਝੇ ਹੈਗੇ ਨੇ। ਸੋ ਮੈਂ ਕਹਿਣਾ ਹੁੰਦਾ ਵੀ ਸਾਡੇ ਕੋਲ ਲਾਈਟ ਬਲਬ ਇੰਨੇ ਹੈਗੇ ਨੇ, ਪਰ ਉਹਨਾਂ ਨੂੰ ਲਾਈਟ ਬਲਬ ਨੂੰ ਕੋਈ ਜਗਾਉਣ ਵਾਲਾ ਚਾਹੀਦਾ। ਅਤੇ ਸੋ ਸਾਡੇ ਨੂੰ ਤਾਂ ਇਹ ਚਾਹੀਦਾ ਇਸ ਵੇਲੇ ਕਿ ਜਿਹੜੇ ਇਹੋ ਜਿਹੇ ਬੰਦੇ ਚਾਹੀਦੇ ਨੇ ਪੰਜਾਬ ਦੇ ਵਿੱਚ, ਕਿ ਉਹ ਲਾਈਟ ਬਲਬ ਜਗਾਉਣ। ਅਤੇ ਲਾਈਟ ਬਲਬ ਤਾਂ ਸਾਡੇ ਕੋਲ ਬਹੁਤ ਬੈਠੇ ਉੱਥੇ, ਪਰ ਉਹਨਾਂ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ। ਜਿਵੇਂ ਫੂਲਕਾ ਸਾਹਿਬ ਹੈਗੇ ਨੇ, ਜਿਵੇਂ ਉਹਨਾਂ ਨੇ ਕੀ ਕਹਿੰਦੇ ਨੇ, ਕੰਪਿਊਟਰ ਡੋਨੇਟ ਕੀਤੇ ਨੇ, ਜੋ ਕੁਝ ਵੀ ਕੀਤੇ ਨੇ, ਅਤੇ ਇਹੋ ਜਿਹੇ ਕੰਮ ਕਰਕੇ, ਅਤੇ ਉਹਨਾਂ ਨੂੰ ਔਨਲਾਈਨ ਲਰਨਿੰਗ ਦਾ ਕੰਮ ਜਾਂ ਜੋ ਕੁਝ ਵੀ ਹੈਗਾ, ਇਹ ਕੰਮ ਬਹੁਤ ਜ਼ਰੂਰੀ ਹੈ। ਪਰ ਇਹ ਸਾਰੇ ਕੰਮ ਦੇ ਵਾਸਤੇ ਸਾਨੂੰ ਸਿੱਖੀ ਦੇ ਵਿਰਸੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ, ਨਿਮਰਤਾ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ। ਕੋਈ ਇਹੀ ਨਹੀਂ ਕਿ ਦਿਖਾਵਾ ਹੀ। ਅੱਛਾ, ਮੈਂ ਤੁਹਾਨੂੰ ਰੋਕ ਰਿਹਾ।
ਦਿਖਾਵੇ ਉਹਦੇ ਚ ਉਹਦੇ ਭਾਈ ਲਈ ਸਾਹਿਬ ਮੈਂ ਕੁਛ ਉਹਦੇ ਨਹੀਂ ਹੈ, ਉਹਦੇ ਲਈ ਮੈਂ ਮਾਫੀ ਚਾਹ ਦਿਖਾਵੇ ਚ ਕੁਛ ਲੈਣਾ, ਨਹੀਂ ਪਹਿਲਾਂ ਹੈ। ਦੋਸਤਾਂ ਤੋਂ ਵੀ ਮਾਫੀ ਮੰਗ ਲੈਣਾ। ਅੱਗੇ ਮੇਰੇ ਤੇ ਬੜੇ ਇਲਜ਼ਾਮ ਆਉਂਦੇ ਕਿ ਮੈਂ ਟੋਕਦਾ ਬੜਾ ਹੈ। ਲੇਕਿਨ ਮੈਨੂੰ ਪਤਾ ਹੈ ਕਿ ਸਮਾਂ ਥੋੜਾ ਤੇ ਸਵਾਲ ਮੇਰੇ ਕੋਲ ਇਹ ਇੱਕ ਦੋ ਬੜੇ ਅਹਿਮ ਸਵਾਲ। ਮੈਨੂੰ ਪਹਿਲਾਂ ਇਹ ਦੱਸਿਓ ਸਰਦਾਰ ਸਾਹਿਬ ਕਿ ਜਿਸ ਸਿਸਟਮ ਦੇ ਵਿੱਚ, ਜਿਸ ਵਿਵਸਥਾ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਬੜੇ ਸੁਰੱਖਿਅਤ ਔਰ ਬੜੇ ਪ੍ਰੋਟੈਕਟਡ ਫੀਲ ਕਰਦੇ ਹੋ, ਉਹ ਸਿਸਟਮ ਪੰਜਾਬ ਦੇ ਵਿੱਚ ਬਣ ਸਕਦੇ ਆ ਕਦੀ? ਕਿਉਂਕਿ ਇੱਥੇ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਇੱਥੇ ਚਿਹਰੇ ਚੱਲਦੇ ਆ, ਇੱਥੇ ਸਿਸਟਮ ਵਰਕ ਨਹੀਂ ਕਰਦਾ। ਅਸੀਂ ਸਿਸਟਮ ਵਰਕ ਕਰਨ ਲੱਗ ਜੇ, ਇਹਦੇ ਲਈ ਕਿਸ ਤਰ੍ਹਾਂ ਦੇ ਐਫਰਟਸ ਲਾਈਏ? ਗੱਲ ਹੁਣ ਕਿਸੇ ਇੱਕ ਅੱਧੇ ਬੰਦੇ ਦੇ ਕੰਪਿਊਟਰ ਡੋਨੇਟ ਕਰਨ ਨਾਲ ਨਹੀਂ ਗੱਲ ਬਣਨੀ। ਗੱਲ ਤੇ ਜਿਹੜਾ ਲੱਖਾਂ ਕਰੋੜ ਦਾ ਕਰਜ਼ਾ ਤੇ ਸਾਡੀ ਜਿਹੜੀ ਹਜ਼ਾਰਾਂ ਕਰੋੜ ਦੀ ਇਨਕਮ, ਉਹਨੂੰ ਠੀਕ ਜਗ੍ਹਾ ਲਾਉਣ ਦੀ ਲੋੜ ਆ। ਸੋ ਇਹ ਸਿਸਟਮ ਕੰਮ ਕਰਨਾ ਸ਼ੁਰੂ ਕਰੂਗਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਫਿਰ ਅਸੀਂ ਕੋਈ ਸੌਖੇ ਹੋ ਸਕਦੇ ਹਾਂ। ਕਿ ਸਿਸਟਮ ਕੰਮ ਕਰਨਾ ਸ਼ੁਰੂ ਕਰੇ, ਇਹਦੇ ਲਈ ਕੀ ਕਰੀਏ, ਕਿੱਥੋਂ ਸ਼ੁਰੂ ਕਰੀਏ? ਲੰਬਾ ਸਮਾਂ ਨਹੀਂ ਮੈਂ ਲਵਾਂਗਾ ਕਿਉਂਕਿ ਵਾਹਵਾ ਲੰਬੀ ਗੱਲਬਾਤ ਹੋਗੀ। ਦੇਖੋ ਜੀ, ਇਹ ਗੱਲਾਂ ਹੈਗੀਆਂ ਨੇ ਸਿੰਪਲ ਲਿਵਿੰਗ ਦੀਆਂ, ਜਿਹਦੇ 'ਚ ਅਸੀਂ ਜੰਮੇ ਪਲੇ ਸੀਗੇ। ਉਹ ਹਾਲੇ ਵੀ ਅਮਰੀਕਾ 'ਚ ਹਾਲੇ ਵੀ ਵੱਸਦੀ ਹੈ, ਉਹ ਇੰਡੀਆ 'ਚ ਵੀ ਵੱਸ ਸਕਦੀ ਹੈ। ਪਰ ਉਹ ਕੁਦਰਤੀ ਉਹ ਜਿਹੜਾ ਹੈ ਨਾ, ਦਿਖਾਵਾ ਦੇਖ ਕੇ, ਉਹ ਦਿਖਾਵੇ ਵਾਲੇ ਪਾਸੇ ਲੋਕੀ ਬਾਹਲਾ ਤੁਰਦੇ ਵੀ। ਫਲਾਣੇ ਕੋਲੇ ਮੋਟਰਸਾਈਕਲ ਹੋ ਗਿਆ, ਫਲਾਣੇ ਕੋਲੇ ਕਾਰ ਹੋ ਗਈ, ਫਲਾਣੇ ਨੇ 4 ਸੈੱਲ ਫੋਨ ਰੱਖ ਲਏ, ਜੋ ਕੁਝ ਵੀ ਹੋ ਗਿਆ ਅਸੀਂ ਦਿਖਾਵੇ। ਉਹਨੇ ਐਡਾ ਬੜਾ ਵਿਆਹ ਕਰਤਾ, ਮੇਰਾ ਨੱਕ ਵੱਢ ਜਾਊਗਾ, ਜੋ ਕੁਝ ਵੀ ਹੋ ਜਾਊਗਾ। ਅਸੀਂ ਦਿਖਾਵੇ ਵੱਲ ਬੜਾ ਤੁਰ ਪਏ ਤੇ ਅਸੀਂ ਇਹ ਨਹੀਂ ਦੇਖਦੇ ਵੀ ਅਸੀਂ ਅਕੰਪਲਿਸ਼ ਕੀ ਕਰਨਾ ਲਾਈਫ ਦੇ ਵਿੱਚ। ਤੇ ਮੈਂ ਤਾਂ ਆਪਣੇ ਬੱਚਿਆਂ ਦੇ ਵਿੱਚ ਤੇ ਆਪਣੇ ਗ੍ਰੈਂਡ ਕਿਡਸ ਦੇ ਵਿੱਚ ਇਹੀ ਚੀਜ਼ ਉਹਨਾਂ ਦੇ ਵਿੱਚ ਪਾਈ ਹੈ ਕਿ ਹਮੇਸ਼ਾ ਆਪਣਾ ਮਨ ਨੀਵਾਂ ਰੱਖੋ। ਤੇ ਨੀਵਾਂ ਰੱਖ ਕੇ ਕੋਈ ਲੋੜ ਨਹੀਂ ਤੁਹਾਨੂੰ ਕਿਸੇ ਦੇ ਨਾਲ ਕੰਪੇਅਰ ਕਰਨ ਦੀ। ਤੇ ਕਿ ਜ਼ਿੰਦਗੀ ਕਿਹਦੇ ਨਾਲ ਕੰਪੇਅਰ ਕਰੋਗੇ? ਜਿੱਥੇ ਤੁਸੀਂ ਲੋਕਾਂ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਲਿਆ ਨਾ, ਵੀ ਡਾਊਨਫਾਲ ਸ਼ੁਰੂ ਹੋ ਗਈ। ਆਖਰੀ ਸਵਾਲ ਕਿ ਹਰੇਕ ਬੰਦੇ ਆਪਣੀ ਇੰਡੀਵਿਜੂਅਲ ਪਰਸਨੈਲਿਟੀ ਹੈ, ਉਹਨੇ ਇੰਡੀਵਿਜੂਅਲੀ ਗਰੋ ਹੋਣਾ। ਤੁਸੀਂ ਆਪਣੇ ਆਪ ਨੂੰ ਇੰਡੀਵਿਜੂਅਲੀ ਤੁਸੀਂ ਦੇਖੋ ਵੀ ਤੁਹਾਡੇ 'ਚ ਕੀ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਅੱਗੇ ਲਿਜਾ ਸਕਦੇ ਹੋ ਤੇ ਤੁਸੀਂ ਚੇਂਜਸ ਲਿਆ ਸਕਦੇ ਹੋ। ਉਹ ਤੁਹਾਡੇ ਹੱਥ ਹੈ, ਉਹ ਲੋਕਾਂ ਨੂੰ ਦੇਖ ਕੇ ਨਹੀਂ ਤੁਹਾਡੇ 'ਚ ਆਉਣੀ। ਉਹ ਆਖਰੀ ਸਵਾਲ, ਜੀਵਨ ਦਾ ਮਕਸਦ ਕੀ ਹੈ? ਤੁਸੀਂ ਉਮਰ ਦੇ ਇਸ ਪੜਾਅ 'ਚ ਆ ਕੇ ਜਦੋਂ ਢੇਰ ਸਾਰੇ ਡਾਲਰ ਇਕੱਠੇ ਕਰ ਲਏ, ਸ਼ੋਹਰਤ ਕਮਾ ਲਈ, ਸੋਹਣਾ ਸਾਰਾ ਕੁਝ ਨਿਭ ਗਿਆ, ਜੀਵਨ ਨੂੰ ਸਮਝ ਸਕਿਓ? ਇਸ ਮਨੁੱਖ ਦਾ ਜੀਵਨ ਤੁਸੀਂ ਹੁਣ ਇਸ ਮੌਕੇ ਤੇ ਆ ਕੇ ਆਪਣੇ ਆਪ ਨੂੰ ਤਸੱਲੀ 'ਚ ਮਹਿਸੂਸ ਕਰਦੇ ਹੋ? ਤੁਹਾਨੂੰ ਲੱਗਦਾ ਕਿ ਤੁਹਾਡੇ ਕਰਨ ਵਾਲੇ ਕੋਈ ਕੰਮ ਬਾਕੀ ਨੇ? ਤੁਹਾਨੂੰ ਕਦੇ ਆਪਣੇ ਪਿਛਾਂਹ ਪਰਤਣ ਦੀ ਉਮੀਦ ਵੀ ਜਗਦੀ ਹੈ ਕਿ ਤੁਸੀਂ ਕੁਝ ਕਰ ਸਕੋਗੇ? ਤੁਹਾਨੂੰ ਕਦੇ ਇੰਜ ਨਹੀਂ ਲੱਗਦਾ ਕਿ ਤੁਸੀਂ ਬੜਾ ਕੁਝ ਕਰਨ ਤੋਂ ਬਾਅਦ ਵੀ ਅਜੇ ਤੁਸੀਂ ਕੁਝ ਨਹੀਂ ਕੀਤਾ? ਤੁਹਾਨੂੰ ਨਹੀਂ ਲੱਗਦਾ ਕਿ ਜੀਵਨ ਦਾ ਮਕਸਦ ਸਿਰਫ ਚੰਗੀ ਰੋਟੀ ਪਾਣੀ ਕਮਾ ਲੈਣਾ ਹੀ ਕਾਫੀ ਨਹੀਂ? ਕਿਉਂਕਿ ਮੈਂ ਤੁਹਾਡੇ ਰਾਹੀਂ ਸਿੱਖਣ ਦਾ ਯਤਨ ਕਰ ਰਿਹਾ, ਇਹਨੂੰ ਤੁਸੀਂ ਨਿੱਜੀ ਨਾ ਲਿਓ। ਮੈਂ ਤਾਂ ਜੀ ਆਪਣੀ ਜ਼ਿੰਦਗੀ 'ਚ ਬੜਾ ਕੰਟੈਂਟਡ ਤੇ ਬੜੇ ਸਹਿਜ 'ਚ ਰਿਹਾ। ਆਪਣੀ ਜ਼ਿੰਦਗੀ ਨਾ ਬੜੇ ਸਹਿਜ 'ਚ ਕੱਟੀ ਹੈ। ਤੇ ਮੈਂ ਦੂਜੇ ਲੋਕਾਂ ਨਾਲ ਆਪਣਾ ਕਦੇ ਕੰਪੈਰੀਜ਼ਨ 'ਚ ਨਹੀਂ ਗਿਆ, ਕਿਉਂਕਿ ਮੈਂ ਸਾਡੇ ਸਭ ਦੀ ਆਪਣੀ ਆਪਣੀ ਜ਼ਿੰਦਗੀ ਹੈ। ਤੁਸੀਂ ਕੰਪੈਰੀਜ਼ਨ 'ਚ ਨਹੀਂ ਜਾ ਸਕਦੇ। ਤੁਹਾਡੇ ਆਪਣੇ ਸਭ ਕੋਲੇ ਆਪਣੇ ਟੈਲੈਂਟਸ ਹੁੰਦੇ ਨੇ, ਤੁਸੀਂ ਆਪਣੇ ਉਹਨਾਂ ਨੂੰ ਤਿਆਰ ਕਰੋ। ਸੋ ਉਹਦੇ ਕਰਕੇ ਜਿਹੜਾ ਮੇਰਾ ਕਿ ਸਾਡੇ ਕੋਲ ਟੈਲੈਂਟਸ ਬਹੁਤ ਨੇ ਤੇ ਸਾਡੀ ਜਿਹੜੀ ਯੂਥ ਹੈ ਨਾ, ਉਹਨਾਂ ਨੂੰ ਸਿਰਫ ਇੱਕ ਰਾਹ ਦਿਖਾਉਣ ਦੀ ਲੋੜ ਹੈ ਤਾਂ ਕਿ ਉਹ ਆਪਣੇ ਰਾਹ 'ਤੇ ਜਾ ਕੇ ਆਪਣੇ ਆਪ ਨੂੰ ਸਹਿਜ ਦੇ ਵਿੱਚ, ਜਿੰਨੇ ਉਹਨਾਂ ਦੇ ਮੀਨਸ ਹੈਗੇ ਨੇ, ਉਹਦੇ ਵਿੱਚ ਆਪਣੇ ਆਪ ਨੂੰ ਪ੍ਰਮੋਟ ਕਰਕੇ ਤੇ ਅੱਗੇ ਪਹੁੰਚਣ, ਤਾਂ ਕਿ ਉਹ ਆਪਣੇ ਪੇਰੈਂਟਸ ਦੇ ਉੱਪਰ ਬਰਡਨ ਨਾ। ਬਹੁਤ ਮਿਹਰਬਾਨੀ ਸਰਦਾਰ ਸਾਹਿਬ। ਅਸੀਂ ਇੱਕ ਵਾਰੀ ਫਿਰ ਇੱਕ ਹੋਰ ਰਾਉਂਡ ਦੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਔਰ ਬੜੀ ਯਤਨ ਰਹੂਗਾ ਕਿ ਅਸੀਂ ਟੂ ਦਾ ਪੁਆਇੰਟ ਗੱਲਬਾਤ ਕਰੀਏ। ਅਗਲੀ ਵਾਰੀ ਮੁੱਦਿਆਂ ਤੇ ਗੱਲਬਾਤ ਕਰੀਏ। ਵਿਦੇਸ਼ ਵਸੇ ਬੱਚੇ ਜਿਹੜੇ ਜਾਂ ਵਸਣ ਦਾ ਚਾਅ ਪਾਲਦੇ ਆ, ਉਹਨਾਂ ਲਈ ਕੋਈ ਗਾਈਡਲਾਈਨਸ ਹੋਣ। ਮੈਨੂੰ ਲੱਗਦਾ ਕਿ ਤੁਸੀਂ ਉੱਥੋਂ ਦੇ ਹੋ ਕੇ ਰਹਿ ਗਏ ਹੋ, ਤੁਹਾਨੂੰ ਮੁਬਾਰਕ ਆ ਕਿ ਤੁਸੀਂ ਉਹ ਜੀਵਨ ਸਰ ਕਰ ਲਏ। ਪਰ ਸਾਨੂੰ ਅਜੇ ਯੁੱਧ ਲੜਨੇ ਨੇ। ਸਾਨੂੰ ਇਸ ਧਰਤੀ ਤੋਂ ਇੱਦਾਂ ਜਾਣ ਦਾ ਕੋਈ ਸ਼ੌਂਕ ਨਹੀਂ
ਤੁਹਾਨੂੰ ਵੀ ਪਰਤਣਾ ਚਾਹੀਦਾ, ਤੁਹਾਨੂੰ ਸਰਵ ਕਰਨਾ ਚਾਹੀਦਾ। ਲੇਕਿਨ ਅਗਲੇ ਰਾਉਂਡ ਦੇ ਵਿੱਚ ਅਗਲੀ ਵਾਰੀ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਕਰਾਂਗੇ, ਕਿਉਂਕਿ ਇਹ ਜੀਵਨ ਕਿਸੇ ਲੇਖੇ ਤਾਂ ਲੱਗੇ। ਸਾਡੀਆਂ ਜੜ੍ਹਾਂ 'ਚ ਗੁਰੂ ਬਾਬਿਆਂ ਦੀਆਂ ਕੁਰਬਾਨੀਆਂ ਨੇ, ਉਹਨਾਂ ਸਾਨੂੰ ਭਗੌੜੇ ਹੋਣਾ ਨਹੀਂ ਸਿਖਾਇਆ, ਲੇਕਿਨ ਤੁਸੀਂ ਬਹੁਤ ਮਾਰ ਕੇ ਮਾਰੇ, ਉਹਦੇ ਲਈ ਤੁਹਾਡਾ ਧੰਨਵਾਦ। ਮਿਲਦੇ ਹਾਂ ਜੀ ਦੁਬਾਰਾ, ਬਹੁਤ ਮਿਹਰਬਾਨੀ। ਧੰਨਵਾਦ ਰੰਧਾਵਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।